ਗੁਰ ਕੂ ਰਾਜਨ ਸਿਮਰਿਆ ਸਈ ਭਈ ਨਿਹਾਲ। ਨਾਨਕ ਨਾਮ ਆਰਾਧਨਾ ਕਾਰਜ ਆਵੈ ਰਾਸ। ਜੁਗ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਿਕ, ਰਾਜਾ ਨ ਰਾਜ ਭਾਨਾ ਨ ਭਾਨ, ਦੇਵਾ ਨ ਦੇਵ ਉਪਮਾ ਮਹਾਨ। ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਸ਼ਰਨ ਦੇ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਅੰਦਰ ਜੁੜ ਬੈਠੇ ਗੁਰਸਿੱਖ ਪਿਆਰ ਵਾਲੇ ਵਡਭਾਗੇ ਹੋ ਸਤਿਗੁਰਾਂ ਦੇ ਦਰ ਤੇ ਬੰਦੀ ਛੋੜ ਦਿਵਸ ਨੂੰ ਮਨਾਉਂਦਿਆਂ ਹੋਇਆਂ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਅੰਦਰ ਹਾਜ਼ਰੀਆਂ ਭਰ ਰਹੇ ਹੋ। ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ ਕਮਲਾਂ ਦੇ ਵਿੱਚ ਮਨ ਬਿਰਤੀਆਂ ਇਕਾਗਰ ਕਰਦਿਆਂ ਹੋਇਆਂ ਗੁਰਫਤਿਹ ਪ੍ਰਵਾਨ ਕਰਨਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਦਿਹਾੜਾ ਪੁਰਾਤਨ ਸਮਿਆਂ ਦੇ ਅੰਦਰ ਹਿੰਦੂ ਮਤ ਦੇ ਅੰਦਰ ਜਿਸ ਸਮੇਂ ਰਾਮਚੰਦਰ ਰਾਵਣ ਦਾ ਵੱਧ ਕਰਕੇ 14 ਸਾਲ ਦਾ ਵਨਵਾਸ ਕੱਟ ਕੇ ਵਾਪਸ ਅਯੋਧਿਆ ਪਰਤੇ ਸਨ ਤੇ ਅਯੋਧਿਆ ਦੇ ਲੋਕਾਂ ਨੇ ਖੁਸ਼ੀ ਦੇ ਵਿੱਚ ਘਿਓ ਦੇ ਦੀਵੇ ਜਗਾਏ ਸਨ। ਲੇਕਿਨ ਸਿੱਖ ਧਰਮ ਦੇ ਅੰਦਰ ਬੰਦੀ ਛੋੜ ਦਾ ਦਿਵਸ ਮਨਾਇਆ ਜਾਂਦਾ ਹੈ। ਉਹਨਾਂ ਕੇਵਲ ਤੇ ਕੇਵਲ ਆਪਣੀ ਪਤਨੀ ਨੂੰ ਛੁਡਾ ਕੇ ਵਾਪਸ ਘਰ ਪਰਤੇ ਸਨ 14 ਸਾਲ ਦਾ ਵਨਵਾਸ ਕੱਟ ਕੇ। ਦੂਸਰੇ ਪੱਖ ਦੇ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ, ਜਿਨ੍ਹਾਂ ਨੇ ਉਮਰ ਕੈਦ ਦੇ ਵਿੱਚ ਪਏ ਹੋਏ 52 ਰਾਜਿਆਂ ਨੂੰ ਰਿਹਾ ਕਰਵਾ ਕੇ ਵਾਪਸ ਪਰਤੇ ਸਨ ਗਵਾਲੀਅਰ ਦੇ ਕਿਲ੍ਹੇ ਦੇ ਵਿੱਚੋਂ। ਦੋਨਾਂ ਦੇ ਵਿੱਚ ਫਰਕ ਬੜਾ ਅਲੱਗ ਹੈ। ਉਹ ਕੇਵਲ ਆਪਣੇ ਤੱਕ ਸੀਮਤ ਸੀ, ਇਹ ਪੂਰੇ ਹਿੰਦੁਸਤਾਨ ਦੇ ਰਾਜਿਆਂ ਤੱਕ ਸੀਮਤ ਸੀ। ਜਦੋਂ ਅਸੀਂ ਇਹਨਾਂ ਦੀ ਸ਼ੁਰੂਆਤ ਕਰਦੇ ਹਾਂ, ਅਸਲ ਦੇ ਵਿੱਚ ਕਾਰਨ ਕੀ ਬਣੇ ਗਵਾਲੀਅਰ ਦੇ ਵਿੱਚ ਜਾਣ ਦੇ। 1553 ਈਸਵੀ ਦੇ ਵਿੱਚ ਜਿਸ ਸਮੇਂ ਅਕਬਰ ਬਾਦਸ਼ਾਹ ਨੇ ਗਵਾਲੀਅਰ ਦੇ ਕਿਲ੍ਹੇ ਦੇ ਉੱਤੇ ਸੱਤਾ ਹਾਸਲ ਕੀਤੀ, ਰਾਜ ਸੰਪੰਨ ਹੋਇਆ, ਤੇ ਗਵਾਲੀਅਰ ਦੇ ਕਿਲ੍ਹੇ ਨੂੰ ਉਹਨਾਂ ਨੇ ਪਹਿਲੀ ਵਾਰ, ਪਹਿਲਾਂ ਉੱਥੇ ਮਹੱਲ ਸੀ, ਉੱਥੇ ਪਹਿਲੀ ਵਾਰੀ ਰਾਜਸੀ ਜੇਲ੍ਹ ਬਣਾਉਣਾ ਕੀਤੀ। ਅਕਬਰ ਬਾਦਸ਼ਾਹ ਦੇ ਜਿੰਨੇ ਵੀ ਵਿਰੋਧੀ ਰਹੇ, ਆਮ ਤੌਰ ਦੇ ਉੱਤੇ ਦੂਸਰੇ ਕੈਦੀ ਨਹੀਂ, ਕੇਵਲ ਤੇ ਕੇਵਲ ਜਿਹੜੇ ਰਾਜਸੀ ਕੈਦੀ ਸਨ, ਜਾਂ ਜਿਹੜੇ ਪਰਿਵਾਰ ਵਾਲੇ ਗੱਦੀ ਹਾਸਲ ਕਰਨਾ ਚਾਹੁੰਦੇ ਸਨ, ਜਾਂ ਜਿਹੜੇ ਚਚੇਰੇ ਮੁਸੇਰੇ ਉਹਦੇ ਭਰਾ ਸਨ, ਉਹਨਾਂ ਨੂੰ ਉਹਨਾਂ ਨੇ ਕੈਦ ਕਰ ਕਰਕੇ, ਜਾਂ ਜਿਹੜੇ ਪੁਰਾਤਨ ਤੌਰ ਦੇ ਆਮ ਤੌਰ ਦੇ ਉੱਤੇ ਗ੍ਰੰਥਾਂ ਦੇ ਵਿੱਚ ਬਹੁਤ ਘੱਟ ਹਵਾਲੇ ਮਿਲਦੇ ਨੇ, ਲੇਕਿਨ ਜਦੋਂ ਅਸੀਂ ਤੁਝ ਕੇ ਜਹਾਂਗੀਰੀ ਆਏ ਨੇ, ਅਕਬਰੀ ਇਤਿਹਾਦਿਕ ਹੋਰ ਗ੍ਰੰਥ ਪੜ੍ਹਨ ਦੇ, ਡੀਪਲੀ ਰੀਅਰ ਬੁੱਕਸ ਵਗੈਰਾ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ, ਉਹਨਾਂ ਦੇ ਵਿੱਚ ਇਹ ਹਵਾਲੇ ਮਿਲਦੇ ਨੇ ਕਿ ਵਿਜੇ ਨਗਰ ਦੇ ਜਾਂ ਰਜਵਾੜੀ ਮੇਵਾੜ ਦੇ ਰਾਜੇ, ਗੁਜਰਾਤ ਦੇ ਰਾਜੇ, ਇਹਨਾਂ ਨੇ ਕੁੱਲ ਮਿਲਾ ਕੇ ਹੌਲੀ ਹੌਲੀ ਇੱਥੇ ਰਾਜੇ ਕੈਦ ਕਰਨੇ ਸ਼ੁਰੂ ਕੀਤੇ। ਤੇ ਜਿਹੜੇ ਇੱਥੇ ਰਾਜੇ ਕੈਦ ਹੋ ਜਾਂਦੇ ਸਨ, ਉਹ ਜ਼ਿੰਦਗੀ ਭਰ ਇੱਥੋਂ ਬਾਹਰ ਨਹੀਂ ਸਨ ਨਿਕਲ ਸਕਦੇ, ਕਿਉਂਕਿ ਜਿਹੜਾ ਆਮ ਤੌਰ ਦੇ ਉੱਤੇ ਉਹ ਜਿਨ੍ਹਾਂ ਨੇ ਕਿਤੇ ਦੇਖਿਆ ਹੋਵੇ, ਦਰਸ਼ਨ ਕੀਤੇ ਹੋਣ ਉਸ ਜਿਸ ਜਗ੍ਹਾ 'ਤੇ ਗਵਾਲੀਅਰ ਦਾ ਗੁਰਦੁਆਰਾ ਸਾਹਿਬ ਬਣਿਆ ਕਿਲ੍ਹੇ ਦੇ ਉੱਤੇ, ਲੇਕਿਨ ਉੱਥੇ ਰਾਜਾ ਮਾਨ ਸਿੰਘ ਦਾ ਮਹਿਲ ਆ। ਉਹ ਮਹਿਲ 4 ਮੰਜ਼ਿਲਾਂ ਹੇਠਾਂ ਨੂੰ ਉਹ ਕੈਦਖਾਨਾ ਬਣਾਇਆ ਹੋਇਆ ਸੀ। ਉੱਥੇ ਅੱਜ ਵੀ ਕੜੇ ਬਣੇ ਹੋਏ ਨੇ, ਅੱਜ ਵੀ ਕੁੰਡੇ ਬਣੇ ਹੋਏ ਜਿਨ੍ਹਾਂ ਨਾਲ ਕੈਦੀ ਬੰਨਿਆ ਕਰਦੇ ਸਨ। ਆਮ ਤੌਰ ਦੇ ਉੱਤੇ ਜਿਹੜੇ ਆਖਦੇ ਨੇ ਉਹ ਥੰਮਾਂ ਦੇ ਨਾਲ ਕੈਦ ਕੀਤੇ ਸਨ, ਥੰਮਾਂ ਨਾਲ ਉਹ 88 ਥੰਮ ਬਣਦੇ ਨੇ, ਉਹ 52 ਥੰਮ ਨਹੀਂ ਬਣਦੇ, ਬਲਕਿ ਉਹ 88 ਥੰਮ ਬਣਦੇ ਨੇ। ਇਹਨਾਂ ਨੂੰ ਕੈਦ ਦੇ ਹੇਠਾਂ ਰੱਖਿਆ, 4 ਮੰਜ਼ਿਲ ਹੇਠਾਂ ਜ਼ਮੀਨ ਦੇ ਵਿੱਚ ਕੈਦੀ ਉੱਥੇ ਰੱਖੇ ਜਾਇਆ ਕਰਦੇ ਸਨ। ਇਹ ਕੋਈ ਆਮ ਕੈਦੀ ਨਹੀਂ ਸਨ, ਇਹ ਰਾਜਸੀ ਕੈਦੀ ਸਨ। ਸਮਾਂ ਗੁਜ਼ਰਦਾ ਗਿਆ। ਅਸਲ ਦੇ ਵਿੱਚ ਜਦੋਂ ਅਸੀਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਜੀਵਨ ਨੂੰ ਪੜ੍ਹਦੇ ਹਾਂ, ਤੇ ਆਮ ਤੌਰ ਦੇ ਉੱਤੇ ਇੰਨੀ ਸਖਤ ਸਜ਼ਾਵਾਂ ਦੇਣ ਦਾ ਕੋਈ ਮਤਲਬ ਨਹੀਂ ਸੀ। ਆਮ
ਇਹਨਾਂ ਨੇ ਕਿਹੜਾ ਕੋਈ ਬਹੁਤ ਵੱਡਾ ਗੁਨਾਹ ਕਰ ਦਿੱਤਾ ਸੀ। ਅਸਲ ਦੇ ਵਿੱਚ ਬਾਦਸ਼ਾਹ ਜਹਾਂਗੀਰ ਦੀ ਗੱਦੀ ਤੇ ਬੈਠਣ ਤੇ ਪਿਓ ਪੁੱਤ ਦਾ ਜਹਾਂਗੀਰ ਅਕਬਰ ਦਾ ਪੁੱਤਰ ਸੀ ਔਰ ਜਿਹੜਾ ਖੁਸਰੋ ਸੀ ਉਸ ਦਾ ਪੋਤਰਾ ਸੀ। ਜਹਾਂਗੀਰ ਅਕਬਰ ਬਾਦਸ਼ਾਹ ਚਾਹੁੰਦਾ ਸੀ ਕਿ ਮੇਰਾ ਜਿਹੜੀ ਗੱਦੀ ਦੇ ਉੱਤੇ ਮੇਰਾ ਜਿਹੜਾ ਪੋਤਰਾ ਆ ਖੁਸਰੋ ਬੈਠੇ, ਲੇਕਿਨ ਜਿਹੜਾ ਜਹਾਂਗੀਰ ਸੀ ਇਹ ਬੜਾ ਐਸ਼ੋ ਇਸ਼ਰਤ ਵਾਲਾ, ਸ਼ਰਾਬੀ ਕਬਾਬੀ ਐਸ ਸੋਚ ਵਾਲਾ ਸੀ। ਉਹ ਨਹੀਂ ਚਾਹੁੰਦਾ ਸੀ ਕਿ ਮੇਰਾ ਪੁੱਤਰ ਗੱਦੀ ਤੇ ਬੈਠੇ, ਪਿਓ ਦੇ ਹੁੰਦਿਆਂ ਪੁੱਤ ਗੱਦੀ ਦੇ ਉੱਤੇ ਬੈਠੇ, ਹਿੰਦੁਸਤਾਨ ਦੇ ਬਾਦਸ਼ਾਹਤ ਬਣੇ। ਲੇਕਿਨ ਕੱਲਾ ਉੱਥੇ ਖੁਸਰੋ ਦੀ ਬਗਾਵਤ ਨੇ, ਖੁਸਰੋ ਨੇ ਇਕੱਲੇ ਨੇ ਬਗਾਵਤ ਨਹੀਂ ਕੀਤੀ, ਬਲਕਿ ਖੁਸਰੋ ਦਾ ਬਹੁਤ ਰਵੱਈਆ ਬਹੁਤ ਚੰਗਾ ਸੀ, ਜਿਹਦੇ ਕਰਕੇ ਉਹਦੇ ਨਾਲ ਕਈ ਰਾਜੇ ਵੀ ਉਹਦੇ ਨਾਲ ਜੁੜੇ, ਕਿਉਂਕਿ ਹਿੰਦੁਸਤਾਨ ਦਾ ਰਾਜ ਸੀ, ਪੂਰੇ ਹਿੰਦੁਸਤਾਨ ਦੇ ਉੱਤੇ ਰਾਜਾ ਸੀ। ਉਹਨਾਂ ਦੇ ਕਈ ਰਾਜੇ ਉਹਨਾਂ ਦੇ ਨਾਲ ਜੁੜੇ ਹੋਏ ਸਨ, ਕਈਆਂ ਰਾਜਿਆਂ ਦੀਆਂ, ਕਈਆਂ ਰਜਵਾੜਿਆਂ ਦੀਆਂ ਸਰਕਾਰਾਂ ਦੇ ਨਾਲ ਉਹਨਾਂ ਦੇ ਅਹਿਲਕਾਰਾਂ ਦੇ ਅੱਗੇ ਉਹਨਾਂ ਦੇ ਸਿਪਾਹੀ ਇਤਿਆਦਿਕ ਉਹਨਾਂ ਦੇ ਨਾਲ ਜੁੜੇ ਹੋਏ ਸਨ। ਜਦੋਂ ਖੁਸਰੋ ਨੇ ਵਿਦਰੋਹ ਕੀਤਾ, ਬਗਾਵਤ ਕੀਤੀ, ਤੇ ਜਦੋਂ ਵਿਜੇਨਗਰ ਤੋਂ ਭੱਜਦਿਆਂ ਹੋਇਆਂ ਗਵਾਲੀਅਰ, ਆਗਰੇ ਤੋਂ ਭੱਜਦਿਆਂ ਹੋਇਆਂ ਦਿੱਲੀ ਤੋਂ ਪਿੱਛੇ ਅਕਬਰ ਬਾਦਸ਼ਾਹ ਨੇ ਉਹਦੇ ਜਹਾਂਗੀਰ ਬਾਦਸ਼ਾਹ ਨੇ ਪਿੱਛਾ ਕਰਦਿਆਂ ਫਿਰ ਇੱਧਰੋਂ ਤੁਰੇ, ਤੇ ਜਦੋਂ ਗੋਇੰਦਵਾਲ ਦੀ ਧਰਤੀ ਤੋਂ ਹੁੰਦਿਆਂ ਹੋਇਆਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਦਰ ਦੇ ਉੱਤੇ ਆਣ ਕੇ ਸ਼ਰਨ ਲਈ, ਡੇਰਾ ਲਾਇਆ, ਕਿਉਂਕਿ ਇੰਨੇ ਸਿਪਾਹੀਆਂ ਨੂੰ ਭੋਜਨ ਛਕਾ ਲੈਣਾ ਕਿਸੇ ਆਮ ਇਨਸਾਨ ਦੀ ਵੱਸ ਦੀ ਗੱਲ ਨਹੀਂ ਸੀ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਬਾਰੇ ਇਹਨਾਂ ਨੂੰ ਜਦੋਂ ਪਤਾ ਲੱਗਾ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਕੋਲ ਆਏ ਤੇ ਉੱਥੇ ਸਿਪਾਹੀਆਂ ਨੂੰ ਇਸ ਸੱਚੇ ਪਾਤਸ਼ਾਹ ਦੇ ਲੰਗਰਾਂ 'ਚੋਂ ਪ੍ਰਸ਼ਾਦਾ ਛਕਿਆ। ਇੱਧਰ ਚੰਦੂ ਹੋਰਾਂ ਨੇ ਜਿਹੜਾ ਵਿਰੋਧੀ ਸੀ, ਉਧਰ ਨਾਲ ਹੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਵੱਡੇ ਭਰਾ ਬਾਬਾ ਪ੍ਰਿਥਵੀ ਚੰਦ ਨੇ ਬੜਾ ਵਿਰੋਧ ਦਾ ਰੋਲ ਨਿਭਾਇਆ। ਸ਼ੇਖ ਅਹਿਮਦ ਸ਼ਾਹ ਸਰਹੰਦੀ, ਇਹ ਤਿੰਨੇ ਜਣੇ ਰਲੇ, ਚੰਦੂ, ਪ੍ਰਿਥਵੀ ਚੰਦ, ਸ਼ੇਖ ਅਹਿਮਦ ਸਰਹੰਦੀ। ਇਹਨਾਂ ਨੇ ਸਾਰਿਆਂ ਨੇ ਜਾਣਿਆਂ ਨੇ ਜਾ ਕੇ ਜਹਾਂਗੀਰ ਦੇ ਕੰਨ ਦੇ ਵਿੱਚ ਪਾ ਦਿੱਤਾ ਕਿ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਉਸ ਨੂੰ ਸ਼ਰਨ ਵੀ ਦਿੱਤੀ ਹੈ, ਉਹਦੇ ਸਿਪਾਹੀਆਂ ਨੂੰ ਭੋਜਨ ਪ੍ਰਸ਼ਾਦਾ ਵੀ ਛਕਾਇਆ ਆ, ਤੇ ਗੁਰੂ ਅਰਜਨ ਦੇਵ ਜੀ ਨੇ ਉਹਨੂੰ ਆਸ਼ੀਰਵਾਦ ਵੀ ਦਿੱਤਾ ਹੈ। ਜਦੋਂ ਇਹ ਗੱਲ ਹੋਈ, ਗੁਰੂ ਅਰਜਨ ਦੇਵ ਜੀ ਦਾ ਵਿਰੋਧੀ ਬਣ ਗਿਆ ਜਹਾਂਗੀਰ। ਅੱਗੇ ਹੀ ਵਿਰੋਧ ਵਿੱਚ ਜਦੋਂ ਇਹੋ ਜਿਹੀਆਂ ਗੱਲਾਂ ਉਸ ਨੂੰ ਹੋਰ ਪੱਖਾਂ ਦੇ ਵਿੱਚੋਂ ਸੁਣਨ ਨੂੰ ਮਿਲੀਆਂ, ਉਹ ਹੋਰ ਰੱਜ ਕੇ ਵਿਰੋਧੀ ਬਣ ਗਿਆ। ਤੇ ਰੱਜ ਕੇ ਵਿਰੋਧੀ ਜਿਸ ਸਮੇਂ ਹਸਨ ਅਬਦਾਲ ਦੀ ਧਰਤੀ ਦੇ ਉੱਤੇ ਜਾ ਰਿਹਾ ਸੀ, ਉਹਨਾਂ ਨੇ ਆਖਿਆ ਕਿ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਕੈਦ ਕਰਕੇ ਇਸ ਧਰਤੀ ਦੇ ਉੱਤੇ ਲੈ ਆਓ, ਲਾਹੌਰ ਦੀ ਧਰਤੀ ਦੇ ਉੱਤੇ ਲੈ ਆਓ। ਜੋ ਲਾਹੌਰ ਦੀ ਧਰਤੀ ਦੇ ਉੱਤੇ ਖੜਿਆ, ਜਿਵੇਂ ਆਪ ਜੀ ਸਾਰਿਆਂ ਨੇ ਗੁਰੂ ਅਰਜਨ ਦੇਵ ਜੀ ਸ਼ਹੀਦੀ ਵੇਲੇ ਸੁਣਿਆ ਹੋਵੇਗਾ ਕਿ ਕਿਵੇਂ ਉਹਨਾਂ ਨੂੰ ਜਾਸਾ ਕਾਨੂੰਨ ਦੇ ਰਾਹੀਂ ਸ਼ਹੀਦ ਕੀਤਾ ਗਿਆ। ਭੁੱਖੇ ਰੱਖ ਕੇ ਤੱਤੀ ਤਵੀ ਦੇ ਉੱਤੇ ਦੇਗ, ਉਬਲਦੀ ਦੇਗ ਦੇ ਵਿੱਚ ਉਬਾਲ ਕੇ ਤੱਤੀ ਤਵੀ ਦੇ ਉੱਤੇ ਬਿਠਾ ਕੇ ਸੀਸ ਦੇ ਵਿੱਚ ਰੇਤਾ ਪਵਾ ਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਰਾਵੀ ਦੇ ਕੰਢੇ ਦੇ ਉੱਤੇ ਰੱਖ ਕੇ ਉਹਨਾਂ ਨੂੰ ਬਿਠਾਇਆ ਗਿਆ। ਉੱਥੇ ਉਹਨਾਂ ਦੇ ਉੱਤੇ ਰੋੜੇ ਮਾਰੇ ਗਏ। ਜਦੋਂ ਖੂਨ ਧਰਤੀ ਦੇ ਹੇਠਾਂ ਡੁੱਲਿਆ ਤੇ ਡਰਦਿਆਂ ਇਹਨਾਂ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਰਾਵੀ ਦੇ ਜਲ ਦੇ ਵਿੱਚ ਵਹੋੜ ਦਿੱਤਾ। ਜਿਸ ਸਮੇਂ ਸ਼ਹਾਦਤ ਦਾ ਪਤਾ ਲੱਗਾ ਕਿ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸ਼ਹੀਦ ਹੋ ਗਏ ਨੇ, ਉਧਰ ਦੂਸਰੇ ਪਾਸੇ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ, ਹਰਿਮੰਦਰ ਸਾਹਿਬ ਦੀ ਧਰਤੀ ਦੇ ਉੱਤੇ ਜਦੋਂ ਧੰਨ ਬਾਬਾ ਬੁੱਢਾ ਜੀ ਨੂੰ, ਧੰਨ ਭਾਈ ਗੁਰਦਾਸ ਜੀ ਨੂੰ ਪਤਾ ਲੱਗਾ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ, ਕਿਉਂਕਿ ਲਾਹੌਰ ਦੀ ਧਰਤੀ ਦੇ ਉੱਤੇ ਜਾਣ ਤੋਂ ਪਹਿਲਾਂ ਸੱਚੇ ਪਾਤਸ਼ਾਹ ਗੁਰਿਆਈ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦੇ ਚੁੱਕੇ ਸਨ। ਜਿਸ ਸਮੇਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਜੋ ਜਨਮ ਹੈ 1595 ਦੇ ਵਿੱਚ ਹੁੰਦਾ ਹੈ, ਤੇ 1606 ਈਸਵੀ ਦੇ ਵਿੱਚ ਜੋ ਕਿ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹਾਦਤ ਹੁੰਦੀ ਹੈ। ਦੇਖੋ, ਇਤਿਹਾਸਕ ਪਹਿਲੂ ਵੱਖ-ਵੱਖ ਪੱਖਾਂ ਨੂੰ ਦੇਖਣਾ ਪੈਂਦਾ ਹੈ। ਉਦੋਂ ਕੇਵਲ 11 ਸਾਲ ਦੀ ਉਮਰ ਸੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ। 11 ਸਾਲ ਦੀ ਉਮਰ ਦੇ ਵਿੱਚ ਗੁਰਗੱਦੀ ਦੇ ਉੱਤੇ ਬੈਠਦੇ ਨੇ
ਗੱਦੀ ਦੇ ਉੱਤੇ ਬੈਠਣ ਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਜਦੋਂ ਸ਼ਹਾਦਤ ਹੁੰਦੀ ਹੈ ਤੇ ਸ਼ਹਾਦਤ ਹੋਣ ਤੋਂ ਬਾਅਦ ਪਹਿਲਾ ਸਹਿਜ ਪਾਠ, ਕਈ ਵਾਰੀ ਸਵਾਲ ਕਰਦੇ ਨੇ ਸਹਿਜ ਪਾਠ ਜਾਂ ਅਖੰਡ ਪਾਠ ਦੀ ਸ਼ੁਰੂਆਤ ਕਦੋਂ ਹੋਈ। ਪਹਿਲਾ ਸਹਿਜ ਪਾਠ ਧੰਨ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੇ ਸ਼੍ਰੀ ਹਰਿਮੰਦਰ ਸਾਹਿਬ ਦੀ ਧਰਤੀ ਦੇ ਉੱਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਪ੍ਰਾਰੰਭ ਕੀਤਾ। ਜਿਸ ਦਿਨ ਭੋਗ ਪਿਆ, 10ਵੀਂ ਵਾਲੇ ਦਿਨ ਭੋਗ ਪਿਆ, ਤੇ 10ਵੀਂ ਵਾਲੇ ਦਿਨ ਭੋਗ ਅਸੀਂ ਆਮ ਤੌਰ ਤੇ ਆਖਦੇ 10ਵੀਂ ਕਿਉਂ ਕਰਦੇ, 10ਵੀਂ ਵਾਲੇ ਦਿਨ ਭੋਗ ਪਿਆ। ਭੋਗ ਪੈਣ ਦੇ ਗੁਰਦੇਵ ਪਾਤਸ਼ਾਹ ਨੂੰ, ਸੱਚੇ ਪਾਤਸ਼ਾਹ ਨੂੰ ਧੰਨ ਬਾਬਾ ਬੁੱਢਾ ਜੀ ਨੇ 2 ਤਲਵਾਰਾਂ ਪਹਿਨਾਉਣੀਆਂ ਕੀਤੀਆਂ, ਜਿਨ੍ਹਾਂ ਨੂੰ ਅਸੀਂ ਮੀਰੀ ਪੀਰੀ ਦਾ ਦਿਹਾੜਾ ਵੀ ਆਖਦੇ ਹਾਂ। ਯਾਨੀ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹਾਦਤ ਤੋਂ 10 ਦਿਨ ਬਾਅਦ ਮੀਰੀ ਪੀਰੀ ਦਾ ਦਿਹਾੜਾ, ਭੋਗ ਦੇ ਉੱਤੇ ਸਤਿਗੁਰਾਂ ਨੇ ਜੋ ਕਿ ਇਹ ਤਲਵਾਰਾਂ ਪਹਿਨਾਉਣੀਆਂ ਕੀਤੀਆਂ ਗਈਆਂ। ਉਸ ਤੋਂ ਬਾਅਦ ਜਿਸ ਸਮੇਂ ਤਲਵਾਰਾਂ ਪਹਿਨਾਉਣੀਆਂ ਕੀਤੀਆਂ ਤੇ ਸੱਚੇ ਪਾਤਸ਼ਾਹ ਨੇ ਕੁਝ ਦਿਨ ਕੁਝ ਵਾਕਿਆ ਦੇਖਿਆ। 1606 ਤੋਂ ਲੈ ਕਰਕੇ 1604 ਤੱਕ ਗੁਰਦੇਵ ਪਾਤਸ਼ਾਹ ਨੇ, ਜੋ ਕਿ ਵਾਹਿਗੁਰੂ 1606 ਤੋਂ 1609 ਤੱਕ ਜੋ 3 ਸਾਲ ਦਾ ਸਮਾਂ ਹੈ, ਉਹ ਕਾਨੂੰਨੀ ਬਣਤਰ ਦੇ ਮੁਤਾਬਕ ਜਿਸ ਸਮੇਂ ਗੱਦੀ ਦੇ ਉੱਤੇ ਬੈਠੇ ਤੇ ਸਾਹਿਬਾਂ ਨੇ ਉਸ ਸਮੇਂ ਹੁਕਮ ਕਰਨਾ ਕੀਤਾ ਕਿ ਮੈਨੂੰ ਜੇ ਮੇਰੇ ਦਰ ਦੇ ਉੱਤੇ ਆਉਣਾ ਹੈ ਨਾ, ਤੇ ਵਧੀਆ ਤੋਂ ਵਧੀਆ ਜਵਾਨੀਆਂ, ਵਧੀਆ ਤੋਂ ਵਧੀਆ ਹਥਿਆਰ, ਵਧੀਆ ਤੋਂ ਵਧੀਆ ਘੋੜੇ ਭੇਟਾ ਕਰੋ। ਗੁਰੂ ਦੇ ਦਰ ਦੇ ਉੱਤੇ ਜਿਹੜੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਮਾਲਕ ਅਖਾੜੇ ਦੇ ਦੌਰਾਨ ਸਿੰਘਾਂ ਨੂੰ ਕੈਦ, ਜੋ ਉਹਨਾਂ ਨੂੰ ਤਾਕਤਵਰ ਬਣਾਇਆ ਸੀ, ਉਹਨਾਂ ਨੂੰ ਮਜ਼ਬੂਤ ਬਣਾਉਣ ਵਾਸਤੇ, ਸਰੀਰਕ ਪੱਖੋਂ ਮਜ਼ਬੂਤ ਗੁਰਸਿੱਖਾਂ ਨੂੰ ਆਪਣੇ ਪੱਖੋਂ ਇਜਾਜ਼ਤ ਕੀਤਾ ਸੀ ਕਿ ਤੁਸੀਂ ਵੱਧ ਤੋਂ ਵੱਧ ਸਰੀਰਕ ਤੌਰ ਦੇ ਉੱਤੇ ਮਜ਼ਬੂਤ ਹੋਵੋ। ਉਹ ਸਿੱਖ ਚੱਲ ਕੇ ਗੁਰਸਿੱਖਾਂ ਨੇ ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਆਵਾਜ਼ ਜਾਂ ਹੁਕਮਨਾਮੇ ਸੁਣੇ ਤੇ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਸਿਪਾਹੀਆਂ ਦੇ ਰੂਪ ਦੇ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਦਰ ਦੇ ਉੱਤੇ ਗੁਰਸਿੱਖ ਆਪਣੀਆਂ ਜਵਾਨੀਆਂ ਭੇਟਾ ਕਰਨ ਦੇ ਵਾਸਤੇ ਮੇਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਦੇ ਦਰ ਦੇ ਉੱਤੇ ਆਉਣਾ ਸ਼ੁਰੂ ਕੀਤਾ। ਵਧੀਆ ਤੋਂ ਵਧੀਆ ਲੋਕਾਂ ਨੇ ਘੋੜੇ ਭੇਟਾ ਕਰਨੇ ਸ਼ੁਰੂ ਕਰ ਦਿੱਤੇ। ਅਸੀਂ ਜਿਹੜੀਆਂ ਗੱਲਾਂ ਪੜ੍ਹਦੇ ਹਾਂ, ਕੋਈ ਕਾਬਲ ਖੰਧਾਰ ਤੋਂ ਘੋੜੇ ਭੇਟਾ ਲੈ ਕੇ ਆਉਂਦੇ ਨੇ, ਕੋਈ ਕਿਤੋਂ ਕੋਈ ਕਿਸੇ ਨਸਲ ਦਾ ਘੋੜਾ ਲੈ ਕੇ ਆਉਂਦਾ, ਕੋਈ ਕਿਸੇ ਨਸਲ ਦਾ ਘੋੜਾ ਲੈ ਕੇ ਆਉਂਦਾ ਹੈ। ਗੁਰਦੇਵ ਪਾਤਸ਼ਾਹ ਦੇ ਦਰ ਦੇ ਉੱਤੇ ਵਧੀਆ ਤੋਂ ਵਧੀਆ ਹਥਿਆਰ ਆਉਣੇ ਸ਼ੁਰੂ ਹੋਏ, ਕਿਉਂਕਿ ਜਦੋਂ ਰਾਜ ਦੀ ਕੋਈ ਵੀ ਹਿਲਜੁਲ ਹੁੰਦੀ ਹੋਵੇ ਨਾ, ਪੰਜਾਬ ਉਸ ਸਮੇਂ ਇੱਕ ਸੂਬਾ ਸੀ ਤੇ ਲਾਹੌਰ ਸੂਬੇ ਦਾ ਮੁੱਖ ਸਥਾਨ ਸੀ, ਤੇ ਲਾਹੌਰ ਦੀ ਹਰੇਕ ਜਿਹੜੀ CID ਸੀ, ਹਰੇਕ ਜਿਹੜੀ ਗੱਲ ਸੀ ਉਹ ਸਰਕਾਰ ਤੱਕ ਪਹੁੰਚਦੀ ਸੀ, ਕੇਂਦਰੀ ਸਰਕਾਰ ਤੱਕ। ਕੇਂਦਰ ਸਰਕਾਰ ਉਸ ਸਮੇਂ ਮੁਗਲ ਸਲਤਨਤ ਸੀ, ਤੇ ਜਦੋਂ ਉਹਨਾਂ ਨੂੰ ਹਰ ਗੱਲ, ਨਿੱਕੀ ਨਿੱਕੀ ਗੱਲ ਉੱਥੇ ਪਹੁੰਚਣੀ ਸ਼ੁਰੂ ਹੋਈ ਕਿ ਕਿਵੇਂ ਸ਼ੁਰੂਆਤ ਹੋਈ। ਹੁਣ ਉਸ ਤੋਂ ਵੱਡੀ ਗੱਲ ਸੀ ਕਿ ਉਸ ਸਮੇਂ ਦਿੱਲੀ ਤੋਂ ਇਲਾਵਾ 4 ਤਖਤ ਹੋਰ ਸਨ, 5 ਤਖਤ ਪੂਰੇ ਹਿੰਦੁਸਤਾਨ ਦੇ ਵਿੱਚ ਸਨ, ਜਿਨ੍ਹਾਂ ਦੇ ਵਿੱਚ ਇਸਲਾਮਾਬਾਦ, ਲਾਹੌਰ, ਸਰਹੰਦ, ਦਿੱਲੀ ਤੇ ਆਗਰਾ ਸੀ। ਇਹ 5 ਤਖਤ ਸਨ ਤੇ 1609 ਦੇ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਅਕਾਲ ਤਖਤ ਦੀ ਸਿਰਜਣਾ ਕਰਵਾਈ। ਅਕਾਲ ਤਖਤ ਇਹਨਾਂ 5 ਤਖਤਾਂ ਦੇ ਨਾਲੋਂ ਉੱਚਾ ਤਖਤ ਸੀ। ਦੁਨੀਆਦਾਰੀ ਦੇ ਦੂਜੇ 5 ਤਖਤਾਂ ਦੇ ਉੱਤੇ ਕੇਵਲ ਤੇ ਕੇਵਲ ਦੁਨੀਆਦਾਰੀ ਦੀਆਂ ਗੱਲਾਂ ਹੁੰਦੀਆਂ ਸਨ, ਦੁਨੀਆਦਾਰੀ ਦੇ ਫੈਸਲੇ ਹੁੰਦੇ ਸਨ, ਲੇਕਿਨ ਅਕਾਲ ਤਖਤ ਦੇ ਉੱਤੇ ਭਗਤੀ ਤੇ ਨਾਲ ਸ਼ਕਤੀ ਦਾ ਸੁਮੇਲ, ਉੱਥੇ ਸੰਸਾਰਿਕ ਫੈਸਲੇ ਵੀ ਹੁੰਦੇ ਸਨ ਤੇ ਅਧਿਆਤਮਿਕ ਫੈਸਲੇ ਵੀ ਹੁੰਦੇ ਸਨ। ਧਰਮ ਦੀ ਪੱਖ ਦੀ ਸੋਚਦੇ ਵੀ ਫੈਸਲੇ ਹੁੰਦੇ ਸਨ ਤੇ ਸੰਸਾਰਿਕ ਪੱਖ ਦੀ ਸੋਚਦੇ ਵੀ ਫੈਸਲੇ ਹੁੰਦੇ ਸਨ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਜਿਸ ਸਮੇਂ ਤਖਤ ਲਗਾਉਣਾ ਕੀਤਾ ਤੇ ਦਿੱਲੀ ਦਾ ਤਖਤ ਜਿਹੜਾ ਸਾਰਿਆਂ ਤੋਂ ਉੱਚਾ ਤਖਤ ਸੀ, ਉਸ ਤੋਂ ਵੀ 1.5 ਵਰਸ਼ਾ ਉੱਚਾ, ਭਾਵ ਕਿ 1.5 ਫੁੱਟ ਉੱਚਾ ਅਕਾਲ ਤਖਤ ਦੀ ਸਿਰਜਣਾ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਕੀਤੀ।
ਹੁਣ ਜਦੋਂ ਇਹ ਗੱਲ ਹੋਈ, ਜਦੋਂ ਤਖਤ ਦੇ ਉੱਤੇ ਗੁਰਦੇਵ ਪਾਤਸ਼ਾਹ ਬੈਠੇ ਤੇ ਬੈਠਦਿਆਂ ਸਾਰ ਸਾਹਿਬਾਂ ਨੇ ਉੱਥੇ ਨੱਥਾ ਤੇ ਅਬਦੁੱਲਾ ਦੇ ਕੋਲੋਂ ਢਾਡੀ ਵਾਰਾਂ ਵੀ ਸ਼ੁਰੂਆਤ ਕੀਤੀ। ਜਦੋਂ ਸਿੰਘਾਂ ਦੇ ਸੂਰਮਿਆਂ ਦੇ ਡੋਲਿਆਂ ਦੇ ਵਿੱਚ ਜਾਨ ਭਰਨ ਦੇ ਵਾਸਤੇ ਇਹਨਾਂ ਨੇ ਆਵਾਜ਼ਾਂ ਲਗਾਉਣੀਆਂ ਸ਼ੁਰੂ ਕੀਤੀਆਂ ਤੇ ਉਸ ਸਮੇਂ ਸਾਰੀਆਂ ਹਕੂਮਤਾਂ ਨੂੰ ਡਰ ਆਉਣਾ ਸ਼ੁਰੂ ਹੋਇਆ ਕਿ ਲੱਗਦਾ ਹੈ ਕਿ ਇਹ ਕਿਸੇ ਵੱਡੇ ਪੈਂਤੜੇ ਦੇ ਵਿੱਚ ਮਸ਼ਰੂਫ ਹੋਣ ਦੀ ਸ਼ੁਰੂਆਤ ਕਰ ਲਈ ਹੈ ਇਹਨਾਂ ਨੇ, ਕਿਉਂਕਿ ਪਿਤਾ ਦੀ ਸ਼ਹਾਦਤ ਤੋਂ ਬਾਅਦ ਜਿੱਥੇ ਅੱਗੇ ਕੇਵਲ ਤੇ ਕੇਵਲ ਗੱਲ ਭਗਤੀ ਦੀ ਚੱਲਦੀ ਪਈ ਸੀ, ਉੱਥੇ ਨਾਲ ਸ਼ਕਤੀ ਦੀ ਵੀ ਸ਼ੁਰੂਆਤ ਹੋ ਗਈ। ਜਦੋਂ ਇਹ ਸਾਰੀਆਂ ਸ਼ੁਰੂਆਤਾਂ ਦੇਖੀਆਂ ਤੇ ਇਹਨਾਂ ਨੇ ਆਖਿਆ ਕਿ ਇਹਨਾਂ ਨੇ ਬਾਦਸ਼ਾਹ ਜਹਾਂਗੀਰ ਦੇ ਜਾ ਕੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਕਿ ਲੱਗਦਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਜ਼ਰੂਰ ਤੁਹਾਡੇ ਨਾਲ ਆਡਾ ਲੈਣ ਵਾਸਤੇ ਤਿਆਰ ਹੋਣਗੇ, ਕਿਉਂਕਿ ਲਗਭਗ ਜਹਾਂਗੀਰ ਦੀ ਉਮਰ ਉਸ ਸਮੇਂ 25 ਸਾਲ ਦੇ ਕਰੀਬ ਸੀ, ਲੇਕਿਨ ਇੱਧਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਜਿਹੜੀ ਉਮਰ ਸੀ ਕੇਵਲ ਤੇ ਕੇਵਲ ਅਜੇ 14 ਸਾਲ ਦੀ ਉਮਰ ਸੀ। ਹੁਣ ਆਮ ਤੌਰ ਦੇ ਉੱਤੇ ਅਸੀਂ ਤਸਵੀਰਾਂ ਵੱਲ ਦੇਖੀਏ ਨਾ, ਜਦੋਂ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾ ਹੋ ਕੇ ਹੋਵੇ, ਦੁਨੀਆਦਾਰੀ ਤੌਰ ਦੇ ਉੱਤੇ ਉਹਨਾਂ ਦਾ ਕਾਫੀ ਦਾੜਾ ਹੈ, ਲੇਕਿਨ 14-15 ਸਾਲ ਦੀ ਉਮਰ 'ਚ ਕਿੰਨੀ ਕੁ ਦਾੜੀ ਹੋ ਸਕਦੀ, ਬੱਚਿਆਂ ਨੂੰ ਕਿੰਨੀ ਕੁ ਆਉਂਦੀ ਹੈ? ਜੇ ਲੂਈ ਫੁੱਟ ਰਹੀ ਸੀ ਦਾੜੀ, ਅਜੇ ਸ਼ੁਰੂਆਤ ਹੀ ਹੋ ਰਹੀ ਸੀ ਜਦੋਂ ਗੁਰਦੇਵ ਪਾਤਸ਼ਾਹ ਨੇ ਉਸ ਸਮੇਂ। ਲੇਕਿਨ ਅਸੀਂ ਤਸਵੀਰਾਂ ਦੇ ਵਿੱਚ ਵੱਖ-ਵੱਖ ਰੂਪਾਂ ਦੇ ਵਿੱਚ ਪਤਾ ਨਹੀਂ ਕਿਹੋ ਜਿਹਾ ਸਰੂਪ ਬਣਾ ਦਿੰਦੇ ਹਾਂ, ਕਿਉਂਕਿ ਉਹ ਚੀਜ਼ਾਂ ਅਸੀਂ ਹਿਸਟੋਰੀਕਲ ਚੀਜ਼ਾਂ ਦੇ ਨਾਲ ਅਸੀਂ ਮਿਲਾ ਕੇ ਨਹੀਂ ਦੇਖਦੇ। ਜਦੋਂ ਅਸੀਂ ਹਿਸਟੋਰੀਕਲ ਤੱਥਾਂ ਦੇ ਨਾਲ ਮਜ਼ਬੂਤ ਹੋ ਕੇ ਤੁਰਾਂਗੇ ਫਿਰ ਇਹ ਚੀਜ਼ਾਂ ਸਾਡੇ ਸਾਹਮਣੇ ਆਉਣਗੀਆਂ। ਅਜੇ 14 ਸਾਲ ਦੀ ਉਮਰ ਦੇ ਵਿੱਚ ਸੀ ਤੇ ਇਹਨਾਂ ਨੇ ਜਿਹੜੀ ਬਣਤਰ ਬਣਾਈ, ਜਹਾਂਗੀਰ ਬਾਦਸ਼ਾਹ ਨੇ ਆਪਣੇ ਨਾਲ ਮਿਲਣ ਦੇ ਵਾਸਤੇ, ਚਾਹੇ ਚੰਦੂ ਦੇ ਰਾਹੀਂ ਜੋ ਪੁਰਾਤਨ ਗ੍ਰੰਥਾਂ ਦੇ ਵਿੱਚੋਂ ਜੋ ਹਵਾਲੇ ਮਿਲਦੇ ਨੇ, ਉਹਨੇ ਆਖਿਆ ਕਿ ਜਹਾਂਗੀਰ ਬਾਦਸ਼ਾਹ ਠੀਕ ਨਹੀਂ ਰਹਿੰਦਾ, ਉਹਦੇ ਵਾਸਤੇ ਤੁਸੀਂ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਉਹਨਾਂ ਨੂੰ ਬੁਲਾਉਣਾ ਕੀਤਾ। ਗੁਰਦੇਵ ਪਾਤਸ਼ਾਹ ਨੂੰ ਅਸਲੀਅਤ ਦੇ ਵਿੱਚ ਇਹਨਾਂ ਨੇ ਰਾਜਸੀ ਕੈਦੀ ਬਣਾ ਕੇ ਕਿਸੇ ਢੰਗ ਦੇ ਨਾਲ, ਕਿਸੇ ਰੂਪ ਦੇ ਵਿੱਚ ਇਹਨਾਂ ਨੂੰ ਗਵਾਲੀਅਰ ਵਿਖੇ ਬੁਲਾਇਆ। ਬਾਦਸ਼ਾਹ ਜਹਾਂਗੀਰ ਨਹੀਂ ਮਿਲਿਆ, ਇਹਨਾਂ ਨੇ ਕੇਵਲ ਤੇ ਕੇਵਲ ਕੈਦ ਕਰਕੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਨਾਲ 5 ਗੁਰਸਿੱਖਾਂ ਨੂੰ ਨਾਲ ਲੈ ਕੇ ਇਹ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਕੈਦ ਕਰ ਦਿੱਤਾ ਗਿਆ। ਦੂਸਰੇ ਪਾਸੇ ਜਦੋਂ ਗੁਰਦੇਵ ਪਾਤਸ਼ਾਹ ਨੂੰ, ਕਿਉਂਕਿ ਹਿੰਦੁਸਤਾਨ ਦੀ ਸਲਤਨਤ ਦੇ ਵਿੱਚ ਜੇਕਰ ਕੋਈ ਵਿਰੋਧੀ ਧਿਰ, ਆਮ ਤੌਰ ਦੇ ਉੱਤੇ ਕੋਈ ਵੀ ਰਾਜ ਦੇ ਵਿੱਚ ਕੋਈ ਵਿਰੋਧੀ ਧਿਰ ਜੰਮੀ ਹੋਈ ਤੇ ਅਗਲੇ ਖਤਮ ਕਰਨ ਦੇ ਵਾਸਤੇ ਹਰ ਵਕਤ ਤਿਆਰ ਰਹਿੰਦੇ ਨੇ। ਕੋਈ ਵੀ ਤੁਸੀਂ ਅੱਜ ਤੇ ਨਹੀਂ, ਹਮੇਸ਼ਾ ਤੋਂ ਹੀ ਦਿੱਲੀ ਦੀ ਸਲਤਨਤ ਨੇ ਜਦੋਂ ਵੀ ਹਿੰਦੁਸਤਾਨ ਦੇ ਵਿੱਚ ਕੋਈ ਨਾ ਕੋਈ ਆਵਾਜ਼ ਉੱਠੀ, ਉਸ ਆਵਾਜ਼ ਨੂੰ ਦਬਾਉਣ ਵਾਸਤੇ ਕੋਈ ਬਹੁਤ ਜ਼ਿਆਦਾ ਸਮਾਂ ਨਹੀਂ ਲਾਇਆ, ਬਲਕਿ ਉਸ ਜ਼ੁਬਾਨ ਨੂੰ ਬੰਦ ਕਰਨ ਵਾਸਤੇ ਹਰ ਹੀਲਾ ਵਸੀਲਾ ਵਰਤਿਆ। ਇਹ ਅਸੀਂ ਅੱਜ ਦੀਆਂ ਗੱਲਾਂ ਕਰਦੇ ਹਾਂ, ਕਿਸੇ ਪਿਛਲੇ ਸਮੇਂ ਦੇ ਦੌਰਾਨ ਜੋ ਵੀ ਹੋਇਆ ਤੁਸੀਂ ਸਾਰੇ ਜਾਣਦੇ ਹੋ। ਉਹਨਾਂ ਨੇ ਹਰ ਸਮੇਂ ਇਹ ਦਬਾਉਣ ਦੀ ਕੋਸ਼ਿਸ਼ ਕੀਤੀ। ਹੁਣ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਜਦੋਂ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਕੈਦ ਕੀਤਾ ਤੇ ਗਵਾਲੀਅਰ ਦਾ ਕਿਲ੍ਹਾ ਜਿਹੜਾ ਦਰੋਗਾ ਸੀ ਉੱਥੇ ਰਾਮਦਾਸ ਸੀ, ਉਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਸ਼ਖਸੀਅਤ ਦੇ ਉੱਤੇ ਬੜਾ ਪ੍ਰਭਾਵਿਤ ਹੋਇਆ। ਉਹਨਾਂ ਦੇ ਨੂਰਾਨੀ ਚਿਹਰੇ ਨੂੰ ਦੇਖ ਕੇ ਹੀ ਮਨ ਮੋਹਿਤ ਹੋ ਗਿਆ। ਉਹ ਆਪਣੇ ਘਰੋਂ ਗੁਰਦੇਵ ਪਾਤਸ਼ਾਹ ਵਾਸਤੇ, ਕਿਉਂਕਿ ਉੱਥੇ ਜਿਹੜਾ ਭੋਜਨ ਦਿੱਤਾ ਜਾਂਦਾ ਸੀ ਨਾ, ਉਹਦੇ ਵਿੱਚ ਹਲਕਾ ਜਿਹਾ ਜ਼ਹਿਰ ਮਿਲਾ ਕੇ ਦਿੱਤਾ ਜਾਂਦਾ ਸੀ ਕਿ ਹੌਲੀ ਹੌਲੀ ਜਿੰਨੇ ਵੀ ਇੱਥੇ ਸਿਪਾਹੀ ਹੁੰਦੇ ਨੇ ਉਹ ਹੌਲੀ ਹੌਲੀ ਖਤਮ ਹੋ ਜਾਣ, ਇਹ ਇੰਨੇ ਜੋਗੇ ਨਾ ਰਹਿਣ ਕਿ ਬਾਹਰ ਜਾ ਕੇ ਦੁਬਾਰਾ ਆਪਣੀ ਆਵਾਜ਼ ਚੁੱਕ ਸਕਦੇ ਹੋਣ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਵਾਸਤੇ ਭੋਜਨ ਆਪਣੇ ਘਰੋਂ ਬਣਾ ਕੇ ਜਦੋਂ ਲੈ ਕੇ ਗਿਆ, ਗੁਰਦੇਵ ਪਾਤਸ਼ਾਹ ਨੇ ਮਨਾ ਕਰ ਦਿੱਤਾ। ਕਹਿਣ ਲੱਗੇ, ਰਾਮਦਾਸਾ, ਅਸੀਂ ਭੋਜਨ ਤਾਂ ਛਕਣਾ ਹੈ ਜੇਕਰ ਅਸੀਂ ਆਪਣੇ ਹੱਥੀਂ ਕਿਰਤ ਕਰਾਂਗੇ। ਇਤਿਹਾਸਕਾਰ ਲਿਖਦੇ ਨੇ ਕਿ ਉਸ ਸਮੇਂ ਹੱਥੀਂ ਕਿਰਤ ਦੀ ਜਿਹੜੀ ਗੱਲ ਕੀਤੀ ਸੀ,
ਉਹਨਾਂ ਨੇ ਉਸ ਸਮੇਂ ਪਿੱਤਲ ਦੀਆਂ ਮੋਹਰਾਂ, ਚਮੜੇ ਦੀਆਂ ਮੋਹਰਾਂ ਬਣਾ ਕੇ ਗੁਰਦੇਵ ਪਾਤਸ਼ਾਹ ਤੇ ਗੁਰਸਿੱਖਾਂ ਨੇ ਜਾਂ ਕੈਦੀਆਂ ਕੋਲੋਂ ਬਣਵਾ ਕੇ ਸ਼ੁਰੂਆਤ ਕੀਤੀ। ਜੇਲ੍ਹ ਦੇ ਵਿੱਚ ਰਹਿੰਦਿਆਂ ਹੋਇਆਂ ਜਿਹੜੇ ਪੈਸੇ ਉਸ ਤੋਂ ਬਣਦੇ ਸਨ ਉਹਨਾਂ ਦਾ ਭੋਜਨ ਛਕਿਆ ਕਰਦੇ ਸਨ, ਜੋ ਪੁਰਾਤਨ ਗ੍ਰੰਥਾਂ ਦੇ ਵਿੱਚ ਸਾਨੂੰ ਤੱਥ ਮਿਲਦੇ ਨੇ। ਜਦੋਂ ਉੱਥੇ ਰਹਿ ਕਰਕੇ ਇਹਨਾਂ ਕਸ਼ਟ ਦੇ ਵਿੱਚ ਗੁਰਦੇਵ ਪਾਤਸ਼ਾਹ ਪ੍ਰਮਾਤਮਾ ਦੀ ਭਜਨ ਬੰਦਗੀ ਦੇ ਵਿੱਚ ਰਹਿ ਕਰਕੇ ਸਮਾਂ ਗੁਜ਼ਾਰਦੇ ਰਹੇ। ਉਹ ਤੇ ਕੀ ਦੁਰਗਾ ਦਾਸ ਦੀ ਗੱਲ, ਦਰੋਗੇ ਦੀ ਗੱਲ ਕੀ, ਬਲਕਿ ਜਿਹੜੇ ਜੇਲ੍ਹ ਦੇ ਅੰਦਰ ਜਿੰਨੇ ਵੀ ਸਿਪਾਹੀ, ਜਿੰਨੇ ਵੀ ਰਾਜੇ ਕੈਦੀ ਸਨ, ਉਹ ਵੀ ਸਤਿਗੁਰਾਂ ਦੀ ਸੰਗਤ ਦੇ ਵਿੱਚ ਭਾਵੁਕ ਹੋ ਕੇ ਰਹਿਣੇ ਸ਼ੁਰੂ ਹੋਏ। ਗੁਰਦੇਵ ਪਾਤਸ਼ਾਹ ਪ੍ਰਮਾਤਮਾ ਦੀ ਗੱਲ ਕਰਦੇ, ਪ੍ਰਮਾਤਮਾ ਦੇ ਬਚਨ ਬਿਲਾਸ ਸਾਂਝੇ ਕਰਦੇ, ਪ੍ਰਮਾਤਮਾ ਦੇ ਦਰ ਘਰ ਦੀਆਂ ਗੱਲਾਂ ਕਰਦੇ, ਉਹਨਾਂ ਕੋਲੋਂ ਅਸੀਸਾਂ ਲੈਂਦੇ। ਜੇਲ੍ਹ ਦੇ ਅੰਦਰ ਰਹਿਣ ਵਾਲੇ ਕੈਦੀ, ਉਹਨਾਂ ਦਾ ਜਿਹੜਾ ਜੇਲ੍ਹ ਦਾ ਵਾਤਾਵਰਣ ਸੀ ਉਹ ਢੰਗ ਹੀ ਬਦਲ ਗਿਆ, ਰਹਿਣ ਸਹਿਣ ਬਦਲਣਾ ਸ਼ੁਰੂ ਹੋ ਗਿਆ। ਅਸੀਂ ਬਚਨ ਪੜ੍ਹਦੇ ਹਾਂ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾਂ ਰਾਮ ਰਾਜੇ। ਹੁਣ ਜਦੋਂ ਉਸ ਦੇ ਹਾਲਾਤ ਥੋੜ੍ਹੇ ਤਬਦੀਲ ਹੋਏ ਤੇ ਰੂਪ ਰੇਖ ਰੰਗ ਸਾਰੇ ਬਦਲਣੇ ਸ਼ੁਰੂ ਹੋਏ। ਇੱਧਰ ਦੂਸਰੇ ਪਾਸੇ ਗੁਰਦੇਵ ਪਾਤਸ਼ਾਹ ਦੇ ਗੁਰਸਿੱਖ ਵੀ, ਉਹਨਾਂ ਨੂੰ ਠੰਡਾ ਵੀ ਨਹੀਂ ਸੀ ਕੱਢਦਾ ਕਿ ਕੀ ਕੀਤਾ ਜਾਵੇ। ਹੁਣ ਜਦੋਂ ਵੀ ਕਿਤੇ ਸਰਕਾਰ ਦੇ ਨਾਲ ਵਿਰੋਧ ਹੁੰਦਾ ਹੈ, ਆਮ ਤੌਰ ਦੇ ਉੱਤੇ ਅਸੀਂ ਕੀ ਕਰਦੇ ਹਾਂ, ਧਰਨੇ ਲਾਉਂਦੇ ਹਾਂ। ਹੁਣ ਧਰਨੇ ਲਾਉਣ ਦਾ ਵੱਖਰਾ ਤਰੀਕਾ ਕੀ ਕੀਤਾ, ਧੰਨ ਬਾਬਾ ਬੁੱਢਾ ਜੀ ਨੇ ਪਹਿਲੀ ਵਾਰੀ ਪ੍ਰਭਾਤ ਫੇਰੀ ਜਿਹੜੀ ਅਸੀਂ ਸ਼ੁਰੂਆਤ ਕਰਦੇ ਨਾ, ਪ੍ਰਭਾਤ ਫੇਰੀਆਂ ਕੱਢਦੇ, ਪਹਿਲੀ ਵਾਰੀ ਪ੍ਰਭਾਤ ਫੇਰੀ ਅਕਾਲ ਤਖਤ 'ਤੇ ਅਰਦਾਸ ਕਰਕੇ ਸੱਚੇ ਪਾਤਸ਼ਾਹ ਦੇ ਅੱਗੇ ਊਟ ਆਸਰਾ ਲੈਂਦਿਆਂ ਹੋਇਆਂ ਇੱਕ ਜਥਾ ਗਵਾਲੀਅਰ ਦੇ ਕਿਲ੍ਹੇ ਨੂੰ ਤੋਰਿਆ। ਰੋਜ਼ ਇੱਕ ਜਥਾ ਕੋਈ 400 ਕੋਈ 500 ਸਿੰਘਾਂ ਦਾ ਜਾਂਦਾ ਤੇ ਜਾ ਕੇ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਪ੍ਰਮਾਤਮਾ ਦੀ ਉਸਤਤ ਵਡਿਆਈ ਕਰਦੇ ਹਾਂ। ਗਵਾਲੀਅਰ ਦੇ ਕਿਲ੍ਹੇ ਅੰਮ੍ਰਿਤ ਵੇਲੇ ਉੱਠ ਕੇ ਅਰਦਾਸ ਬੇਨਤੀ ਕਰਕੇ ਮੱਥਾ ਟੇਕ ਕੇ ਆਲੇ ਦੁਆਲੇ ਪ੍ਰਭਾਤ ਫੇਰੀ ਕੱਢ ਕੇ ਗਵਾਲੀਅਰ ਦੇ ਕਿਲ੍ਹੇ ਦੇ ਆਲੇ ਦੁਆਲੇ ਮੱਥਾ ਟੇਕ ਕੇ ਫਿਰ ਵਾਪਸ ਆ ਜਾਇਆ ਕਰਦੇ। ਫਿਰ ਅਗਲਾ ਜਥਾ ਉੱਥੇ ਪਹੁੰਚ ਜਾਂਦਾ। ਇਹ ਲਗਾਤਾਰ ਚੱਲਦਾ ਰਿਹਾ। ਜਦੋਂ ਇਹ ਚੱਲਣਾ ਸ਼ੁਰੂ ਹੋਇਆ, ਕੱਲਾ ਫਿਰ ਪੰਜਾਬ ਤੋਂ ਨਹੀਂ ਆਉਣੀਆਂ ਸ਼ੁਰੂ ਹੋਇਆ, ਲੋਕੀ ਹੋਰ ਕਿਉਂਕਿ ਸਾਰੀ ਸੰਗਤ ਪੂਰੇ ਹਿੰਦੁਸਤਾਨ ਦੇ ਵਿੱਚ ਗੁਰੂ ਪਾਤਸ਼ਾਹ ਦੇ ਦਰ ਦੇ ਸਿੱਖ ਭੋਰੇ ਸਨ। ਜਿਨ੍ਹਾਂ ਨੂੰ ਪਤਾ ਲੱਗਦਾ ਰਿਹਾ, ਸੰਗਤ ਵੱਧਦੀ ਗਈ। ਜਦੋਂ ਰਾਜ ਦੇ ਉੱਤੇ, ਰਾਜਸੀ ਤੌਰ ਦੇ ਉੱਤੇ ਦਬਾਅ ਵਧਿਆ, ਹੁਣ ਆਖੇ ਤੇ ਕੰਮ ਖਰਾਬ ਹੋਣ ਵਾਲਾ। ਹੁਣ ਬਾਦਸ਼ਾਹ ਜਹਾਂਗੀਰ ਦੇ ਸਭ ਤੋਂ ਹੁਣ ਸਿੱਖ ਕੌਮ ਵੱਲੋਂ ਜੋ ਅਗਵਾ ਜਾਂ ਐਡਵਾਈਜ਼ਰ ਸੀ, ਉਹ ਕੌਣ ਸੀ? ਸਾਈਂ ਮੀਆਂ ਮੀਰ। ਸਾਈਂ ਮੀਆਂ ਮੀਰ ਸ਼ਖਸੀਅਤ ਦੇ ਬਾਰੇ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਸਾਈਂ ਮੀਆਂ ਮੀਰ ਜਿਸ ਨੇ ਹਰਿਮੰਦਰ ਸਾਹਿਬ ਦੀ ਨੀਂਹ ਪੱਥਰ ਰੱਖਿਆ ਸੀ। ਸਾਈਂ ਮੀਆਂ ਮੀਰ ਦੇ ਜਿਹੜੀ ਘਰ ਵਾਲੀ, ਵਾਹਿਗੁਰੂ ਬਾਦਸ਼ਾਹ ਜਹਾਂਗੀਰ ਦੀ ਜਿਹੜੀ ਘਰ ਦੀ ਨੂਰ ਜਹਾਂ ਸੀ, ਉਹ ਸਾਈਂ ਮੀਆਂ ਮੀਰ ਦੀ ਬਹੁਤ ਵੱਡੀ ਚੇਲੀ ਸੀ। ਉਹਦੇ ਜੋ ਵੀ ਆਖਦਾ ਸੀ ਉਹ ਹਰ ਵਕਤ ਮੰਨਦੀ ਸੀ। ਤੇ ਜਦੋਂ ਸਾਈਂ ਮੀਆਂ ਮੀਰ ਦੇ ਇਹ ਗੱਲ ਦਾ ਪਤਾ ਲੱਗਾ ਕਿ ਪਹਿਲਾਂ ਤਾਂ ਬਹੁਤ ਵੱਡੀ ਗਲਤੀ ਕੀਤੀ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਸ਼ਹੀਦ ਕਰ ਦਿੱਤਾ। ਹੁਣ ਉਸ ਤੋਂ ਵੀ ਵੱਡੀ ਗਲਤੀ ਇਹ ਕਰ ਰਿਹਾ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਕੈਦ ਕਰਤਾ। ਇਤਿਹਾਸਕਾਰ ਨੇ ਕਿਤੇ ਨੇ ਜੋ ਵੱਖ-ਵੱਖ ਦਬਿਸਤਾਨ ਮੁਜ਼ਾਹਬ ਨੇ ਤੇ ਇੱਥੋਂ ਤੱਕ 14 ਸਾਲ ਦੀ ਕੈਦ ਲਿਖ ਦਿੱਤੀ ਹੈ। ਲੇਕਿਨ 14 ਸਾਲ ਦੀ ਕੈਦ ਜਦੋਂ ਅਸੀਂ ਤੱਥਾਂ ਦੇ ਅਨੁਸਾਰ ਬਾਬਾ ਗੁਰਦਿੱਤਾ ਜੀ ਦਾ ਜਨਮ ਜਦੋਂ ਅਸੀਂ ਪੜ੍ਹਦੇ ਹਾਂ 12 ਦੇ ਵਿੱਚ, 1612 ਦੇ ਵਿੱਚ ਹੁੰਦਾ ਹੈ। ਗੁਰਦੇਵ ਪਾਤਸ਼ਾਹ ਦਾ ਜਿਹੜਾ ਜੀਵਨ, ਵਿਆਹੁਤਾ ਜੀਵਨ ਆ, ਉਹ 11 'ਚ ਸ਼ੁਰੂਆਤ ਹੁੰਦਾ ਆ। ਤੇ ਇੱਕ ਬੰਨੇ ਉਹ ਕੈਦ ਦੇ ਵਿੱਚ, ਉਹ ਫਿਰ ਗੱਲ ਜਦੋਂ ਅਸੀਂ ਹਿਸਟੋਰੀਕਲ ਤੱਥ ਦੇਖਦੇ ਹਾਂ ਤਾਂ ਬੜਾ ਕੁਛ ਦੇਖਣਾ ਪੈਂਦਾ ਹੈ। ਉਸ ਸਮੇਂ ਦੇ ਡੇਟਾਂ, ਉਸ ਦੇ ਹਾਲਾਤ, ਸਾਰਾ ਕੁਛ ਦੇਖਣਾ ਪੈਂਦਾ। ਲੇਕਿਨ ਉਹ ਉਹਦੇ ਤੱਥਾਂ ਦੇ ਅਨੁਸਾਰ ਸੀਮਿਤ ਨਹੀਂ ਹੈ। ਖੋਜ ਦੇ ਆਧਾਰ ਦੇ ਉੱਤੇ ਲਗਭਗ 1 ਸਾਲ ਤੇ 14 ਕੁ ਮਹੀਨੇ ਗੁਰਦੇਵ ਪਾਤਸ਼ਾਹ ਉਸ ਜਗ੍ਹਾ ਦੇ ਉੱਤੇ ਰਹਿਣਾ ਸ਼ੁਰੂ ਰਹੇ। ਤਕਰੀਬਨ 9 ਤੋਂ ਲੈ ਕੇ 11.5 ਸਾਲ, 610 ਦੇ 10.5 ਦੇ ਕਰੀਬ ਉੱਥੇ ਰਹੇ। ਗੁਰਦੇਵ ਪਾਤਸ਼ਾਹ ਜਦੋਂ ਉਸ ਧਰਤੀ ਦੇ ਉੱਤੇ ਰਹੇ, ਇੱਧਰ ਜਦੋਂ ਬਾਦਸ਼ਾਹ ਜਹਾਂਗੀਰ ਦੇ ਪ੍ਰਤੀ ਸਾਈਂ ਮੀਆਂ ਮੀਰ ਨੇ ਪਹੁੰਚ ਕੀਤੀ, ਲਾਹੌਰ ਤੋਂ ਦਿੱਲੀ ਆਇਆ,
ਦਿੱਲੀ ਤੋਂ ਨੂਰ ਜਹਾਂ ਨੂੰ ਮਿਲਿਆ, ਨੂਰ ਜਹਾਂ ਨਾਲ ਗੱਲਬਾਤ ਕੀਤੀ ਤੇ ਬਾਦਸ਼ਾਹ ਜਹਾਂਗੀਰ ਨੂੰ ਆਖਿਆ ਕਿ ਬਾਦਸ਼ਾਹ ਜਹਾਂਗੀਰ ਤੂੰ ਬਹੁਤ ਗਲਤ ਕੀਤਾ ਹੈ, ਇਹ ਕੰਮ ਤੈਨੂੰ ਕਰਨਾ ਨਹੀਂ ਸੀ ਚਾਹੀਦਾ, ਕਿਉਂਕਿ ਪਹਿਲਾਂ ਹੀ ਗਲਤੀ ਜਿਹੜੀ ਕੀਤੀ ਹੈ ਉਹ ਗਲਤੀ ਬਹੁਤ ਵੱਡੀ ਸੀ। ਉਹ ਗਲਤੀ ਤੇਰੀ ਨਾ ਪੂਰੀ ਹੋਣ ਵਾਲੀ ਗਲਤੀ ਸੀ। ਸਿੱਖ ਕੌਮ ਦੇ ਉੱਤੇ ਤੂੰ ਇੰਨਾ ਗੁਨਾਹ ਆਪਣੇ ਜੀਵਨ ਦੇ ਵਿੱਚ ਕੱਢ ਕੇ ਪੰਜਵੇਂ ਪਾਤਸ਼ਾਹ ਨੂੰ ਇੰਨੇ ਜ਼ਬਰਦਸਤ ਤਰੀਕੇ ਦੇ ਨਾਲ, ਇੰਨੇ ਤਸੱਦਦ ਦੇ ਨਾਲ ਸ਼ਹੀਦ ਕੀਤਾ ਕਿ ਦੁਨੀਆ ਦੇ ਅੰਦਰ ਇਹੋ ਜਿਹੀ ਸ਼ਹਾਦਤ ਕਿਸੇ ਨੇ ਨਹੀਂ ਸੀ ਦਿੱਤੀ। ਉਹ ਤੂੰ ਇੰਨਾ ਗਲਤ ਕੰਮ ਅੱਗੇ ਬਹੁਤ ਵੱਡਾ ਕੀਤਾ, ਤੈਨੂੰ ਖੁਦਾ ਵੀ ਤੈਨੂੰ ਮਾਫ ਨਹੀਂ ਕਰ ਸਕਦਾ। ਲੇਕਿਨ ਹੁਣ ਤੂੰ ਉਹਨਾਂ ਦੇ ਸਪੁੱਤਰ ਜਿਹਦੀ ਉਮਰ ਜੇ 14-15 ਸਾਲ ਦੀ ਹੈ ਉਹਨੂੰ ਕੈਦ ਕੀਤਾ ਹੈ। ਇੱਕ ਪੱਖ ਇਹ। ਦੂਸਰੇ ਪੱਖ, ਇੱਕ ਦਿਨ ਕੀ ਹੋਇਆ ਕਿ ਬਾਦਸ਼ਾਹ ਜਹਾਂਗੀਰ ਦੇ ਕੋਲ 5 ਸਿੱਖਾਂ ਨੇ ਉਹਨਾਂ ਨੇ ਮਿਲਣ ਦੀ ਗੱਲ ਕੀਤੀ ਕਿ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ, ਜਿਵੇਂ ਸਰਕਾਰਾਂ ਨੂੰ ਮਿਲਣ ਦੀ ਗੱਲ ਰੱਖੀ ਜਾਂਦੀ ਵੀ ਅਸੀਂ ਤੁਹਾਨੂੰ ਮਿਲ ਕੇ ਗੱਲ ਕਰਨਾ ਚਾਹੁੰਦੇ ਹਾਂ। ਉਹਨਾਂ ਨੇ 5 ਸਿੱਖਾਂ ਨੂੰ ਮਿਲਣ ਦੀ ਗੱਲ ਕੀਤੀ। ਉੱਥੇ ਜਦੋਂ ਗੱਲਬਾਤ ਹੋਈ, ਕਹਿਣ ਲੱਗੇ ਤੁਸੀਂ ਆਪਣੇ ਗੁਰੂ ਦੇ ਤਾਈਂ ਕੀ ਕਰ ਸਕਦੇ ਹੋ, ਕੋਈ ਜੇਕਰ ਗੁਰੂ ਦੇ ਵਾਸਤੇ ਤੁਸੀਂ ਕਰ ਸਕਦੇ ਮੈਨੂੰ ਵੀ ਕੁਛ ਕਰਕੇ ਦਿਖਾਓ। ਕਿਉਂਕਿ ਇਹ ਜਿਹੜੇ ਲੋਕ ਸਨ ਨਾ, ਥੋੜ੍ਹੇ ਇਹਨਾਂ ਲੋਕਾਂ ਨੂੰ ਕਰਾਮਾਤਾਂ ਦੇਖਣ ਦਾ ਬੜਾ ਸ਼ੌਂਕ ਹੁੰਦਾ ਆ। ਜਿਹੜੇ ਰਾਜੇ ਸਨ ਉਹਨਾਂ ਨੂੰ ਵੱਖਰੀ ਕੋਈ ਚੀਜ਼ ਹੋਏ ਤੇ ਬੜਾ ਸ਼ੌਂਕ ਹੁੰਦਾ, ਕੋਈ ਵੱਖਰਾ ਕੰਮ ਕਰਕੇ ਦਿਖਾਓ। ਭਾਈ ਜੇਠਾ ਜੀ ਤੇ ਬਾਬਾ ਗੁਰਦਿੱਤਾ ਜੀ, ਭਾਈ ਗੁਰਦਿੱਤਾ ਜੀ, ਬਾਬਾ ਗੁਰਦਿੱਤਾ 6ਵੇਂ ਪਾਤਸ਼ਾਹ ਪੁੱਤਰ ਸਨ। ਭਾਈ ਗੁਰਦਿੱਤਾ ਜੀ ਇੱਕ ਹੋਰ ਸੀ ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਜੋ ਕਿ ਯੁੱਧ ਵਿਦਿਆ ਸਿਖਾਉਣਾ ਕੀਤੀ ਸੀ, ਤਲਵਾਰਬਾਜੀ, ਘੋੜ ਸਵਾਰੀ, ਨੇਜਾਬਾਜੀ ਵਗੈਰਾ ਸਿਖਾਉਣਾ ਕੀਤੀ ਸੀ। ਇਹਨਾਂ ਨੇ ਕੀ ਕੀਤਾ, ਭਾਈ ਜੋਗਾ ਜੀ ਤੇ ਭਾਈ ਗੁਰਦਿੱਤਾ ਜੀ ਦੋਹਾਂ ਨੇ ਕੁਝ ਦਿਨ ਬਾਅਦ ਆਏ ਤੇ ਇੱਕ ਪੰਡ ਦੇ ਵਿੱਚ ਸਿਰ ਦੇ ਉੱਤੇ, ਭਾਈ ਜੋਗੇ ਦੇ ਸਿਰ ਦੇ ਉੱਤੇ ਰੱਖੀ ਹੋਈ, ਤੇ ਦਰਬਾਰ ਦੇ ਵਿੱਚ, ਜਹਾਂਗੀਰ ਦੇ ਦਰਬਾਰ ਦੇ ਵਿੱਚ ਆਏ। ਉਦੋਂ ਆਗਰੇ ਦੇ ਕਿਲ੍ਹੇ ਦੇ ਵਿੱਚ, ਕਿਉਂਕਿ ਇਹ ਦੋਵੇਂ ਕਿਲ੍ਹੇ ਸਨ, ਕਦੀ ਦਿੱਲੀ ਦੇ ਕਿਲ੍ਹੇ ਦੇ ਵਿੱਚ ਰਾਜਧਾਨੀ ਬਣਾਉਂਦੇ ਸਨ, ਕਦੀ ਆਗਰੇ ਦੀ ਰਾਜਧਾਨੀ ਬਣਾਉਂਦੇ ਸਨ, ਉੱਥੇ ਬਹਿ ਜਾਂਦੇ ਸਨ। ਆਗਰੇ ਦੇ ਕਿਲ੍ਹੇ ਦੇ ਵਿੱਚ ਬੈਠੇ ਸਨ ਤੇ ਉੱਥੇ ਆਖਿਆ ਕਿ ਬਾਦਸ਼ਾਹ ਮੇਰੇ ਸਿਰ ਤੋਂ ਪੰਡ ਲਹਾਉਣ ਵਾਸਤੇ ਆਪਣੇ ਅਹਿਲਕਾਰਾਂ ਨੂੰ ਆਖੋ। ਜਦੋਂ ਅਹਿਲਕਾਰਾਂ ਨੇ ਉਹਨੇ ਸੋਚਿਆ ਕਿ ਸ਼ਾਇਦ ਕੋਈ ਧਨ ਲੈ ਕੇ ਆਏ ਆਪਣੇ ਗੁਰੂ ਵਾਸਤੇ, ਕੋਈ ਵਾਹਵਾ ਧਨ ਇਕੱਠਾ ਕਰਕੇ ਲੈ ਕੇ ਆਏ ਆ, ਪੰਡ ਬੰਨ੍ਹ ਕੇ ਲੈ ਕੇ ਆਏ, ਸ਼ਾਇਦ ਕੁਛ ਹੋਵੇ। ਅਹਿਲਕਾਰ ਬੜੇ ਖੁਸ਼ ਹੋ ਕੇ ਗਾਂਹ ਹੋ ਕੇ ਪੰਡ ਲਹਾਉਣ ਵਾਸਤੇ ਜਦੋਂ ਗਾਂਹ ਗਏ, ਪੰਡ ਲਵਾਈ ਤੇ ਪੰਡ ਨੂੰ ਜਦੋਂ ਖੋਲ੍ਹਿਆ ਤੇ ਵਿੱਚੋਂ ਬੱਬਰ ਸ਼ੇਰ ਨਿਕਲਿਆ। ਵੇਖ ਕੇ ਸਾਰਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਵੀ ਹੁਣ ਕਿੱਧਰ ਨੂੰ ਜਾਈਏ, ਰਾਹ ਭੱਜਦਿਆਂ ਨੂੰ ਰਾਹ ਨਾ ਲੱਭਿਆ, ਕੋਈ ਕਿਤੇ ਲੁਕਿਆ, ਕੋਈ ਕਿਤੇ ਲੁਕਿਆ। ਤੇ ਜਦੋਂ ਭਾਈ ਜੋਗੇ ਨੇ ਸਿਰ ਦੇ ਉੱਤੇ ਹੱਥ ਰੱਖਿਆ, ਸ਼ੇਰ, ਬੱਬਰ ਸ਼ੇਰ ਉੱਥੇ ਖਲੋਤਾ ਰਿਹਾ, ਦਹਾੜਦਾ ਰਿਹਾ। ਬਾਦਸ਼ਾਹ ਜਹਾਂਗੀਰ ਨੂੰ ਇਹ ਗੱਲ ਆਖੀ ਕਿ ਬਾਦਸ਼ਾਹ ਤੁਸੀਂ ਆਖਦੇ ਕਿ ਆਪਣੇ ਗੁਰੂ ਵਾਸਤੇ ਕੀ ਕਰ ਸਕਦੇ ਹੋ, ਇਹ ਮੌਤ ਆ, ਅਸੀਂ ਮੌਤ ਨੂੰ ਵੀ ਕਾਇਦ ਕਰਕੇ ਆਪਣੇ ਤੇਰੇ ਕੋਲ ਲਿਆ ਸਕਦੇ ਹਾਂ, ਜੇ ਇਹਨੂੰ ਹੱਥ ਫੇਰ ਦਈਏ ਤਾਂ ਤੇਰੇ ਕੋਈ ਵੀ ਇੱਥੇ ਅਹਿਲਕਾਰ ਬਚੇ ਨਾ। ਜੇ ਅਸੀਂ ਮੌਤ ਨੂੰ ਕੈਦ ਕਰਕੇ ਰੱਖ ਸਕਦੇ ਹਾਂ ਤੇ ਅਸੀਂ ਗੁਰੂ ਨੂੰ ਕਿਉਂ ਨਹੀਂ ਛੁਡਾ ਸਕਦੇ। ਹੁਣ ਉਹ ਛੱਡਣਾ ਨਾ ਛੱਡਣਾ ਤੇਰੇ ਮਰਜ਼ੀ ਹੈ। ਜਦੋਂ ਇਹ ਗੱਲ ਹੋਈ ਤੇ ਉਸ ਦਿਨ ਤੋਂ ਬਾਦਸ਼ਾਹ ਜਹਾਂਗੀਰ ਸਰੀਰ ਪੱਖੋਂ ਠਾਹ ਜਾਣਾ ਸ਼ੁਰੂ ਹੋ ਗਿਆ। ਜਦੋਂ ਉਦੋਂ ਨੂਰ ਜਹਾਂ ਨੂੰ ਪਤਾ ਲੱਗਾ, ਨੂਰ ਜਹਾਂ ਨੂੰ ਘਰਵਾਲੀ ਨੂੰ ਜਦੋਂ ਵੇਖਿਆ ਕਿ ਹੁਣ ਬਿਮਾਰ ਹੋ ਕੇ ਡਿੱਗ ਪਿਆ ਮੰਜੇ ਤੇ, ਹੁਣ ਉੱਠਿਆ ਨਹੀਂ ਜਾ ਰਿਹਾ, ਫਿਰ ਇਹਨੇ ਸਾਈਂ ਮੀਆਂ ਮੀਰ ਦੇ ਅੱਗੇ ਤਰਲਾ ਮਿਹਨਤ ਕੀਤੀ ਕਿ ਆਹ ਕੰਮ ਹੋ ਰਿਹਾ ਹੈ, ਮੇਰੇ ਘਰ ਵਾਲੇ ਨੂੰ ਬਚਾਓ। ਜਦੋਂ ਬਚਾਉਣ ਦੀ ਗੱਲ ਚੱਲੀ ਫਿਰ ਇਹਨੇ ਬੇਨਤੀਆਂ ਕੀਤੀਆਂ ਜਾ ਕੇ ਸਾਈਂ ਮੀਆਂ ਮੀਰ ਕੋਲ। ਸਾਈਂ ਮੀਆਂ ਮੀਰ ਆਇਆ ਤੇ ਉਹਨੇ ਇੱਕੋ ਹੀ ਗੱਲ ਆਖੀ ਕਿ ਜੇਕਰ ਤੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਕੈਦ 'ਚੋਂ ਨਾ ਛੱਡਿਆ ਤੇ ਇਹ ਨਹੀਂ ਬਚ ਸਕਦਾ। ਸਪਸ਼ਟ ਤੌਰ 'ਤੇ ਉਹਨੇ ਆਖਤਾ ਕਿ ਜੇ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਨੂੰ ਨਹੀਂ ਨਾ ਛੱਡਦੇ ਇਹ ਬਚ ਹੀ ਨਹੀਂ ਸਕਦਾ, ਜੋ ਮਰਜ਼ੀ ਕਰ ਲਓ। ਜਦੋਂ ਇਹ ਗੱਲ ਹੋਈ ਮਨ ਦੇ ਵਿੱਚ ਆਇਆ, ਆਖਣ ਲੱਗੇ ਫਿਰ ਤੇ ਉਹਨਾਂ ਨੂੰ ਛੱਡਣਾ ਪੈਣਾ। ਆਖਿਆ ਕਿ ਜਾਓ, ਫਿਰ ਜਾ ਕੇ ਉਹਨਾਂ ਨੂੰ ਛੱਡ ਦਿਓ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਰਡਰ ਭੇਜ ਦਿੱਤੇ ਕਿ ਉਹਨਾਂ ਨੂੰ ਛੱਡ ਦਿਓ, ਤੇ ਗੁਰੂ ਹਰਗੋਬਿੰਦ ਸਾਹਿਬ ਨੇ ਆਖਿਆ ਕਿ ਮੇਰੇ ਜਾਣ ਦੀ ਤਾਂ ਕੋਈ ਗੱਲ ਨਹੀਂ ਹੈਗੀ, ਮੈਂ ਇਕੱਲੇ ਨੇ ਨਹੀਂ ਜਾਣਾ, ਮੈਂ ਤਾਂ ਜਾਵਾਂਗਾ। ਤੇ ਆ ਜਿਹੜੇ 52 ਰਾਜ, ਵੈਸੇ ਇਤਿਹਾਸਕ ਤੌਰ ਦੇ ਉੱਤੇ 103 ਕੈਦੀਆਂ ਨੂੰ ਛੁਡਾਇਆ ਸੀ। 52 ਕੇਵਲ ਤੇ ਕੇਵਲ ਰਾਜੇ ਸੀ,
बाकी ਜਿਹੜੇ ਸਨ ਉਹ ਛੋਟੇ ਅਹਿਲਕਾਰ ਜਾਂ ਕੋਈ ਹੋਰ ਕਰਿੰਦੇ ਸਨ ਉਹਨਾਂ ਨੂੰ ਛੁਡਵਾਇਆ ਸੀ। 52 ਰਾਜੇ ਕਹਿਣ ਲੱਗੇ ਇਹਨਾਂ 52 ਰਾਜਿਆਂ ਨੂੰ ਛੱਡੋ, ਇਹਨਾਂ ਬਾਕੀ ਦੇ ਕੈਦੀ ਜਿੰਨੇ ਵੀ ਇਹਨਾਂ ਨੂੰ ਛੱਡੋਗੇ ਤਾਂ ਅਸੀਂ ਇਸ ਜੇਲ੍ਹ 'ਚੋਂ ਰਿਹਾ ਹੋਣਾ ਹੈ। ਹੁਣ ਇਹ ਮੰਗ ਆਣ ਕੇ ਫਿਰ ਉਹਨਾਂ ਨੇ ਬਾਦਸ਼ਾਹ ਦੇ ਦਰ ਦੇ ਉੱਤੇ ਬੇਨਤੀ ਕੀਤੀ ਕਿ ਉਹਨਾਂ ਨੇ ਆਹ ਮੰਗ ਕੀਤੀ ਹੈ। ਅੱਗੇ ਅੱਗੇ ਚਲੋ ਛੱਡ ਦਿਓ, ਅਸੀਂ ਫਿਰ ਹੋਰ ਰਾਜੇ ਇਕੱਠੇ ਕਰ ਲਾਂਗੇ, ਕਿਹੜੀ ਗੱਲ, ਜਿਹੜਾ ਵਿਰੋਧੀ ਹੋਊਗਾ ਅਸੀਂ ਫਿਰ ਕੈਦ ਕਰ ਲਾਂਗੇ, ਤੁਸੀਂ ਇਹਨੂੰ ਛੱਡ ਕੇ ਸਾਨੂੰ ਇੱਕ ਵਾਰੀ ਮਿਲਾਓ ਤੇ ਸਹੀ। ਕਿਉਂਕਿ ਉਸ ਸਮੇਂ ਆਗਰੇ ਦੇ ਲਾਗੇ ਸਨ। ਜਦੋਂ ਗਵਾਲੀਅਰ ਦੇ ਕਿਲ੍ਹੇ ਵੱਲ ਨੂੰ ਆਏ ਬਾਦਸ਼ਾਹ ਜਹਾਂਗੀਰ ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਮਹਾਰਾਜ ਨੂੰ ਮਿਲਿਆ, ਕਿਉਂਕਿ ਕਿੱਥੇ ਇੱਕ ਦੀ 25 ਸਾਲ ਉਮਰ ਹੈ, ਇੱਕ ਦੀ ਅਜੇ 15 ਸਾਲ ਦੀ ਉਮਰ ਹੈ, ਦੋਵਾਂ ਦਾ ਉਮਰ ਦਾ 10 ਸਾਲ ਦਾ ਡਿਸਟੈਂਸ ਹੈ। ਔਰ ਲੇਕਿਨ ਦੂਜੇ ਪਾਸੇ ਉਹ ਭਗਤੀ ਦੇ ਸਾਗਰ ਨੇ, ਉਹਨਾਂ ਦੇ ਵਿੱਚ ਇਹੋ ਜਿਹਾ ਕੋਈ ਜੀਵਨ ਦੇ ਵਿੱਚ ਹੈ ਨਹੀਂ। ਸਾਰੀ ਉਮਰ ਨਸ਼ੇੜੀਆਂ ਵਾਲੀ ਉਮਰ ਹੈ। 25 ਸਾਲ ਦੇ ਉਮਰ ਦੇ ਵਿੱਚ ਜਿਹੜਾ ਸ਼ਰਾਬੀ ਕਬਾਬੀ ਨਸ਼ੇੜੀ ਹੋਵੇ, ਦੋਨਾਂ 'ਚ ਫਰਕ ਆ ਜਾਂਦਾ ਨਾ। ਜਦੋਂ ਉਹ ਸਾਲ ਦੇ ਦੋਨਾਂ ਦੇ ਆਪਸ ਵਿੱਚ ਮਿਲਾਪ ਹੋਇਆ, ਉਹਨਾਂ ਆਖਿਆ ਕਿ ਠੀਕ ਹੈ, ਪਰ ਸਾਡੀ ਇੱਕ ਸ਼ਰਤ ਹੈ ਕਿ ਜਿੰਨੇ ਤੁਹਾਡੇ ਕਲੀਆਂ ਦੇ ਚੋਲੇ ਦੀਆਂ ਕਲੀਆਂ ਫੜ ਕੇ ਰਾਜੇ ਬਾਹਰ ਨਿਕਲ ਜਾਣਗੇ ਉਹ ਅਸੀਂ ਜਾਣ ਦੇਵਾਂਗੇ। ਗੁਰਸਿੱਖਾਂ ਨੇ 52 ਕਲੀਆਂ ਵਾਲਾ ਚੋਲਾ ਸਵਾਇਆ, ਸਤਿਗੁਰਾਂ ਨੂੰ ਦਿੱਤਾ। ਸਤਿਗੁਰੂ ਜੀ ਉਹ 52 ਕਲੀਆਂ ਦਾ ਚੋਲਾ ਪਹਿਨ ਕਰਕੇ ਗੁਰਦੇਵ ਪਾਤਸ਼ਾਹ ਨੇ 52 ਰਾਜਿਆਂ ਨੂੰ ਰਿਹਾ ਕਰਵਾਇਆ, ਬਾਕੀ ਦੇ ਕੈਦੀਆਂ ਨੂੰ ਰਿਹਾ ਕਰਵਾਇਆ। ਉਸ ਸਮੇਂ ਰਿਆਸਤਾਂ ਬਹੁਤ ਵੱਡੀਆਂ ਨਹੀਂ ਸਨ, ਛੋਟੀਆਂ ਛੋਟੀਆਂ, ਕੋਈ 10 ਪਿੰਡਾਂ ਦੀ ਰਿਆਸਤ ਦਾ ਰਾਜਾ, ਕੋਈ ਆਮ ਤੌਰ ਦੇ ਉੱਤੇ ਅਸੀਂ ਆਖਦੇ ਨੇ 22 ਧਾਰ ਦੇ ਰਾਜੇ। ਪਿਛਲੇ ਸਮੇਂ ਦੇ ਅਨੁਸਾਰ ਸਤਿਗੁਰਾਂ ਦੀ ਮਿਹਰ ਦੇ ਸਦਕਾ ਇੱਕ ਪ੍ਰੋਜੈਕਟ ਅਕਾਲ ਤਖਤ ਵੱਲੋਂ ਰਿਸਰਚ ਵਾਸਤੇ ਮਿਲਿਆ ਸੀ ਕਿ 52 ਰਾਜੇ ਕਿਹੜੇ ਨੇ ਜਿਨ੍ਹਾਂ ਦੇ ਉੱਤੇ, ਕਿਉਂਕਿ ਕਿਸੇ ਵੀ ਗ੍ਰੰਥ ਦੇ ਵਿੱਚ ਪ੍ਰੋਪਰ ਮਿਲਦੇ ਨਹੀਂ 52 ਰਾਜਿਆਂ ਦੇ ਨਾਂ। ਲੇਕਿਨ 2.5-3 ਸਾਲ ਦੀ ਤਕਰੀਬਨ ਰਿਸਰਚ ਤੋਂ ਬਾਅਦ ਸਤਿਗੁਰਾਂ ਦੀ ਮਿਹਰ ਦੇ ਸਦਕਾ ਤਕਰੀਬਨ ਅਜੇ 24 ਰਾਜਿਆਂ ਦਾ ਪਤਾ ਲੱਗਾ ਹੈ ਕਿ ਜਿਹੜੇ ਕਿੱਥੋਂ ਕਿੱਥੋਂ ਦੇ ਰਾਜੇ ਉੱਥੇ ਕੈਦ ਕੀਤੇ ਸਨ। ਅਜੇ ਬਾਕੀਆਂ ਦੀ ਅਜੇ ਖੋਜ ਅਧੀਨ ਚੱਲ ਰਿਹਾ ਕੰਮ। ਹੁਣ ਗੁਰਦੇਵ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਜਦੋਂ ਗਵਾਲੀਅਰ ਦੇ ਕਿਲ੍ਹੇ ਦੇ ਵਿੱਚੋਂ ਰਿਹਾ ਹੋ ਕੇ ਆਏ, ਸੰਗਤਾਂ ਨੇ ਗਵਾਲੀਅਰ ਦੇ ਕਿਲ੍ਹੇ ਦੇ ਬਾਹਰ ਵਾਰ ਬਹੁਤ ਉਤਸ਼ਾਹ ਦੇ ਨਾਲ, ਖੁਸ਼ੀ ਦੇ ਨਾਲ, ਚਾਅ ਦੇ ਨਾਲ ਸਤਿਗੁਰਾਂ ਦਾ ਸਤਿਕਾਰ ਕੀਤਾ। ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਜਦੋਂ ਬਾਹਰ ਨਿਕਲੇ, ਉਦੋਂ ਅਸਲ ਦੇ ਵਿੱਚ ਆਮ ਤੌਰ 'ਤੇ ਅਸੀਂ ਆਖ ਦਿੰਦੇ ਹਾਂ ਕਿ ਦੀਵਾਲੀ ਵਾਲੇ ਦਿਨ ਇੱਥੇ ਗੁਰਦੇਵ ਪਾਤਸ਼ਾਹ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਆਏ ਸਨ। ਲੇਕਿਨ ਨਹੀਂ, ਜਿਸ ਸਮੇਂ ਦੀਵਾਲੀ ਸੀ ਉਸ ਸਮੇਂ ਗੁਰਦੇਵ ਪਾਤਸ਼ਾਹ ਗਵਾਲੀਅਰ ਦੇ ਕਿਲ੍ਹੇ ਦੇ ਵਿੱਚੋਂ ਰਿਹਾ ਹੋਏ ਸਨ। ਅਤੇ ਗਵਾਲੀਅਰ ਦੀਆਂ ਜਿੰਨੀਆਂ ਵੀ ਸੰਗਤਾਂ ਨੇ ਉਹਨਾਂ ਨੇ ਜੋ ਕਿ ਘਿਓ ਦੇ ਦੀਪਕ ਜਗਾਏ ਸਨ। ਸਿੱਖ ਸੰਗਤ ਦੇ ਅੰਦਰ, ਸਾਰੇ ਜਗਤ ਦੇ ਅੰਦਰ ਫਿਰ ਉਸ ਦਿਨ ਦੀਵੇ ਜਗਣੇ ਸ਼ੁਰੂ ਹੋਏ ਸਨ। ਫਿਰ ਗੁਰਦੇਵ ਪਾਤਸ਼ਾਹ ਤਕਰੀਬਨ 40 ਕੁ ਦਿਨਾਂ ਦਾ ਜਿਹੜਾ ਸਫ਼ਰ ਸੀ ਕਰਦਿਆਂ ਕਰਦਿਆਂ ਅੰਮ੍ਰਿਤਸਰ ਪਹੁੰਚੇ। ਜਦੋਂ ਆਗਰੇ ਪਹੁੰਚੇ ਅਤੇ ਆਗਰੇ ਪਹੁੰਚੇ ਦੇ ਅਨੁਸਾਰ ਇੱਕ ਪਾਸੇ ਬਾਦਸ਼ਾਹ ਜਹਾਂ ਪਹਿਲਾਂ ਗੁਰਦੇਵ ਪਾਤਸ਼ਾਹ ਇੱਕ ਥਾਂ ਗਏ ਸਨ, ਉੱਥੇ ਦੇ ਰਾਜਾ ਮਾਨ ਸਿੰਘ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਡੇ ਇੱਥੇ ਬੱਬਰ ਸ਼ੇਰ, ਉਹਨੇ ਜਹਾਂਗੀਰ ਦੇ ਕੋਲ ਪਹਿਲਾਂ ਅਰਦਾਸ ਕੀਤੀ, ਬਾਦਸ਼ਾਹ ਸਾਡੇ ਇਲਾਕੇ ਨੂੰ ਬੱਬਰ ਸ਼ੇਰ ਘੇਰਦਾ ਹੈ, ਲੋਕਾਂ ਨੂੰ ਮਾਰ ਕੇ ਪਸ਼ੂਆਂ ਨੂੰ ਮਾਰ ਦਿੰਦਾ ਹੈ, ਇਸ ਬੱਬਰ ਸ਼ੇਰ ਤੋਂ ਨਿਜਾਤ ਦਿਵਾਓ। ਹੁਣ ਆਮ ਤੌਰ 'ਤੇ ਸ਼ਿਕਾਰ ਕੌਣ ਖੇਡਦੇ ਸਨ? ਰਾਜੇ। ਅਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਉਹਨਾਂ ਨੇ ਆਖਿਆ ਕਿ ਕੀ ਤੁਸੀਂ ਸ਼ਿਕਾਰ ਖੇਡਣਾ ਜਾਣਦੇ ਹੋ? ਤੁਸੀਂ ਇਹ 2 ਤਲਵਾਰਾਂ ਪਹਿਨੀਆਂ ਆ, ਸ਼ਿਕਾਰ ਖੇਡਣਾ ਜਾਣਦੇ ਹੋ? ਇੱਕ ਬੰਨੇ 25 ਸਾਲ ਅਤੇ ਇੱਕ ਬੰਨੇ 15 ਸਾਲ ਦੀ ਉਮਰ ਹੈ। ਉਹਦੇ ਵੀ ਰਾਜਾ ਧੌਲਸਰ ਦੀ ਜਗ੍ਹਾ ਦੇ ਉੱਤੇ ਇਹ ਪੈਂਦਾ ਹੈ। ਗਵਾਲੀਅਰ ਤੋਂ ਅੱਗੇ ਧੌਲਸਰ ਉਸ ਟਾਈਮ ਦਾ ਜ਼ਿਲ੍ਹਾ ਸੀ, ਕਿਲ੍ਹਾ ਸੀ। ਕਿਲ੍ਹੇ ਦੇ ਨਾਲ ਹੁਣ ਉਹ ਧੌਲਸਰ ਜਗ੍ਹਾ ਵੀ ਹੈਗੀ, ਜ਼ਿਲ੍ਹਾ ਵੀ ਹੈਗਾ ਹੈ। ਜਦੋਂ ਇਹ ਗੱਲ ਹੋਈ, ਗੁਰਸਿੱਖਾਂ ਨੇ ਆਣ ਕੇ ਸਤਿਗੁਰਾਂ ਦੇ ਦਰ 'ਤੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੁਸੀਂ ਮਿਹਰ ਕਰੋ, ਹੁਣ ਵੇਖੋ ਕਿਰਪਾ ਕਰਕੇ ਸਾਨੂੰ ਇਸ ਬੱਬਰ ਸ਼ੇਰ ਤੋਂ ਨਿਜਾਤ ਦਿਵਾਉਣ ਦੀ ਕੋਸ਼ਿਸ਼ ਕਰੋ। ਗੁਰਦੇਵ ਪਾਤਸ਼ਾਹ ਆਪਣੇ ਸਿਪਾਹੀਆਂ ਦੇ ਨਾਲ ਅਤੇ ਉੱਧਰ ਬਾਦਸ਼ਾਹ ਜਹਾਂਗੀਰ ਆਪਣੇ ਸਿਪਾਹੀਆਂ ਦੇ ਨਾਲ ਸ਼ਿਕਾਰ ਖੇਡਣ ਚੜ੍ਹਿਆ। ਇਤਿਹਾਸਕਾਰ ਲਿਖਦੇ ਨੇ, ਕਵੀ ਸੰਤੋਖ ਸਿੰਘ ਨੇ ਬੜੇ ਵਧੀਆ ਤਰੀਕੇ ਦੇ ਨਾਲ ਜ਼ਿਕਰ ਕਰਦਿਆਂ ਹੋਇਆਂ ਪੂਰਾ ਪ੍ਰਸੰਗ ਬਣਾਇਆ ਹੈ। ਸੂਰਜ ਪ੍ਰਕਾਸ਼ ਦੇ ਵਿੱਚ ਲਿਖਿਆ ਹੈ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਜਦੋਂ ਸ਼ਿਕਾਰ ਖੇਡਿਆ, ਜਦੋਂ ਬੱਬਰ ਸ਼ੇਰ ਨੇ ਦਹਾੜਿਆ ਅਤੇ ਜਹਾਂਗੀਰ
ਪਿਛਾਂ ਨੂੰ ਰੁੱਖ ਦਾ ਦੌੜ ਕੇ ਆਸਰਾ ਲਿਆ ਉਹਨੇ। ਲੇਕਿਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਘੋੜੇ ਤੋਂ ਉਤਰ ਕੇ ਸਾਹਿਬਾਂ ਨੇ ਗੋਡਾ, ਸੱਜਾ ਗੋਡਾ ਧਰਤੀ ਦੇ ਉੱਤੇ ਲਾ ਕੇ ਖੱਬਾ ਗੋਡਾ ਦੂਜੇ ਬੈਂਡ ਕਰਕੇ ਆਪਣੇ ਢਾਲ ਦੇ ਨਾਲ ਸ਼ੇਰ ਦੇ ਅਗਲੇ ਪੰਜਿਆਂ ਦੇ ਥੱਲੇ ਦਿੱਤਾ ਤੇ ਆਪਣੇ ਹੱਥ ਦੇ ਨਾਲ, ਸੱਜੇ ਹੱਥ ਦੇ ਨਾਲ ਤਲਵਾਰ ਦਾ ਐਸਾ ਭਰਵਾਂ ਵਾਰ ਕੀਤਾ ਕਿ ਸ਼ੇਰ ਦੋ ਧੜ ਤੋਂ ਉਹਨੂੰ ਦੋ ਹਿੱਸੇ ਕਰਕੇ ਸੁੱਟ ਦਿੱਤਾ। ਜਿਸ ਸਮੇਂ ਅਜਿਹਾ ਹਾਲਾਤ ਦੇਖੇ ਤੇ ਮਨ ਦਹਿਲ ਗਿਆ ਕਿ ਅਜੇ 15 ਸਾਲ ਦੀ ਉਮਰ ਦੇ ਵਿੱਚ ਇੰਨਾ ਕਿ ਬਹਾਦਰੀ ਹੈ ਤੇ ਗਾਂਹ ਜਾ ਕੇ ਕੀ ਕਰੂਗਾ। ਇਹਦੇ ਮਨ ਨੂੰ ਇੱਕ ਖੌਫ ਜਿਹਾ ਪੈਦਾ ਹੋ ਗਿਆ। ਆਉਂਦੇ ਆਉਂਦੇ ਕਈ ਉਤਰਾ ਚੜ੍ਹਾਅ ਆਉਂਦੇ। ਇਹ ਸੀ ਭਗਤੀ ਦਾ ਪੱਖ, ਇਹ ਸ਼ਕਤੀ ਦਾ ਪੱਖ ਸੀ। ਜਦੋਂ ਆਗਰੇ ਲਾਗੇ ਜਮਨਾ ਦਰਿਆ ਦੇ ਕੋਲ ਪਹੁੰਚੇ ਨਾ, ਇੱਕੋ ਘਟਨਾ ਕਹਿ ਕੇ ਖਿਮਾ ਦਾ ਜੱਜ ਘੁੰਮਾਂਗਾ। ਜਦੋਂ ਇੱਕ ਗੁਰਸਿੱਖ ਆਇਆ ਜਿਹਨੇ ਜਮਨਾ ਦੇ ਕੰਢੇ ਤੋਂ ਘਾਹ ਖੋਦ ਕੇ, ਗਰਮੀਆਂ ਦੇ ਉਧਰ ਗਰਮੀ ਸੀ, ਘਾਹ ਖੋਦ ਕੇ ਉਹਨਾਂ ਨੇ ਪੰਡ ਇਕੱਠੀ ਕੀਤੀ, ਕੂੜਾ ਕੂੜਾ ਘਾਹ ਖੋਦਿਆ ਤੇ ਖੋਦ ਕੇ ਜਾ ਕੇ ਬਾਦਸ਼ਾਹ, ਕਿਉਂਕਿ ਵੱਖਰੇ ਵੱਖਰੇ ਡੇਰੇ ਲੱਗਦੇ ਸਨ, ਇੱਕ ਬੰਦੇ ਬਾਦਸ਼ਾਹ ਜਹਾਂਗੀਰ ਦਾ ਤੇ ਇੱਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ। ਪਹਿਲਾਂ ਬਾਦਸ਼ਾਹ ਜਹਾਂਗੀਰ ਦੇ ਕੋਲ ਆਇਆ ਤੇ ਬਾਦਸ਼ਾਹ ਜਹਾਂਗੀਰ ਦੇ ਤੰਬੂ ਦੇ ਵਿੱਚ ਸਿਪਾਹੀਆਂ ਨੇ ਅਗਲਿਆਂ ਜਾਣ ਨਹੀਂ ਦਿੱਤਾ, ਦਰਬਾਰ ਦੇ ਵਿੱਚ ਜਾਣ ਨਹੀਂ ਦਿੱਤਾ। ਕਹਿਣ ਲੱਗਾ, ਤੂੰ ਲਿਬੜਿਆ ਤਿਬੜਿਆ, ਤੇਰੇ ਸਰੀਰ ਦੇ ਉੱਤੇ ਪਸੀਨੇ ਨਾਲ ਭਿੱਜਿਆ ਪਿਆ ਆ, ਤੂੰ ਬਾਦਸ਼ਾਹ ਦੇ ਦਰ ਦੇ ਉੱਤੇ ਕੀ ਕਰਨਾ ਹੈ। ਕਹਿਣ ਲੱਗਾ, ਮੈਂ ਭੇਟਾ ਦਰਬਾਰ ਦੇ ਵਿੱਚ ਚੜਾਉਣੀ ਆ ਬਾਦਸ਼ਾਹ ਮੇਰੀ ਪੀਰੀ ਦੇ ਮਾਲਕ ਦੇ ਅੱਗੇ, ਸੱਚੇ ਪਾਤਸ਼ਾਹ ਦੇ ਅੱਗੇ ਭੇਟਾ ਚੜਾਉਣੀ ਆ। ਉਹਨੇ ਆਖਿਆ ਕਿ ਚਲੋ ਭੇਟਾ ਲੈ ਕੇ ਆਇਆ, ਕਿਉਂਕਿ ਇਹਨਾਂ ਨੂੰ ਅਹਿਲਕਾਰਾਂ ਨੂੰ ਹੁੰਦਾ ਵੀ ਜੇ ਕੋਈ ਭੇਟਾ ਲੈ ਕੇ ਆਇਆ ਸਾਨੂੰ ਵੀ ਕੋਈ ਨਾ ਕੋਈ ਦਊਗਾ। ਉਹਨੇ ਆਖਿਆ ਕਿ ਭੇਟਾ ਲੈ ਕੇ ਆਇਆ, ਸਤਿਗੁਰੂ ਸੱਚੇ ਪਾਤਸ਼ਾਹ ਦਰ 'ਤੇ ਭੇਟਾ ਕਰਨੀ ਆ। ਜਦੋਂ ਦਰਬਾਰ 'ਚ ਗਿਆ ਤੇ ਆਪਣੀ ਪੰਡ ਲਾ ਕੇ ਬਾਦਸ਼ਾਹ ਦੇ ਅੱਗੇ, ਜਹਾਂਗੀਰ ਦੇ ਅੱਗੇ ਰੱਖ ਦਿੱਤੀ। ਇੱਕ ਜੇਬ ਦੇ ਵਿੱਚੋਂ ਟਕਾ ਕੱਢਿਆ ਤੇ ਬਾਦਸ਼ਾਹ ਦੇ ਅੱਗੇ ਰੱਖ ਕੇ ਮੱਥਾ ਟੇਕਿਆ। ਕਹਿਣ ਲੱਗਾ, ਸੱਚੇ ਪਾਤਸ਼ਾਹ ਮੈਨੂੰ ਆਪਣੇ ਦਰ ਦੇ ਉੱਤੇ ਮੇਰੀ ਭੇਟਾ ਵੀ ਪ੍ਰਵਾਨ ਕਰਿਓ ਤੇ ਮੇਰੇ ਗਰੀਬੜੇ ਦੀ ਬੇਨਤੀ ਵੀ ਪ੍ਰਵਾਨ ਕਰਿਓ, ਮੈਨੂੰ ਲੋਕ ਪਰਲੋਕ ਦੇ ਵਿੱਚੋਂ ਕੁਝ ਸੁੱਖ ਦੀ ਦਾਤ ਦੇ ਦਿਓ। ਜਦੋਂ ਇਹ ਗੱਲ ਹੋਈ ਤੇ ਸਮਝ ਗਿਆ ਕਿ ਮੇਰੇ ਕੋਲ ਨਹੀਂ ਆਇਆ ਸੱਚੇ ਪਾਤਸ਼ਾਹ ਆਖਦਾ ਪਿਆ, ਮੈਨੂੰ ਸੱਚਾ ਪਾਤਸ਼ਾਹ ਕੋਈ ਨਹੀਂ ਆਖਦਾ, ਮੈਨੂੰ ਤਾਂ ਹਿੰਦੁਸਤਾਨ ਦਾ ਬਾਦਸ਼ਾਹ ਸਾਰੇ ਆਖਦੇ ਆ, ਸੱਚਾ ਪਾਤਸ਼ਾਹ ਤੇ ਕੋਈ ਨਹੀਂ ਆਖਦਾ। ਇਹ ਗੁਰੂ ਹਰਗੋਬਿੰਦ ਸਾਹਿਬ ਦੀ ਜ਼ਰੂਰ ਇਹ ਗੱਲ ਕਰਦੇ ਪਏ। ਜਦੋਂ ਇਹ ਗੱਲ ਹੋਈ ਤੇ ਉਹਨਾਂ ਨੇ ਆਖਿਆ ਕਿ ਮੈਂ ਸੱਚਾ ਪਾਤਸ਼ਾਹ ਨਹੀਂ ਹਾਂ, ਮੈਂ ਹਿੰਦੁਸਤਾਨ ਦਾ ਬਾਦਸ਼ਾਹ ਹਾਂ, ਬਾਦਸ਼ਾਹ ਜਹਾਂਗੀਰ ਕਰਕੇ ਮੈਨੂੰ ਲੋਕ ਜਾਣਦੇ ਨੇ ਤੇ ਜੋ ਮੰਗ ਜੋ ਚਾਹੁੰਦਾ ਹੈ, ਜੋ ਤੇਰੀ ਮਨ ਦੀ ਇੱਛਾ ਹੈ ਮੰਗ, ਮੈਂ ਤੈਨੂੰ ਉਹ ਚੀਜ਼ ਦੇਵਾਂਗਾ। ਜਦੋਂ ਇਹ ਗੱਲ ਸੁਣੀ ਤੇ ਆਖਣ ਲੱਗਾ, ਮੈਂ ਸੱਚੇ ਪਾਤਸ਼ਾਹ ਅੱਗੇ ਇਹ ਭੇਟਾ ਚੜਾਉਣ ਵਾਸਤੇ ਲੈ ਕੇ ਆਇਆ, ਤੁਹਾਡੇ ਵਾਸਤੇ ਨਹੀਂ ਲੈ ਕੇ ਆਇਆ। ਇਹਨੇ ਪੰਡ ਚੁੱਕੀ ਤੇ ਘਾਹ ਦੀ ਚੁੱਕਣ ਲੱਗਾ ਤੇ ਸਿਰ 'ਤੇ ਰੱਖਣ ਲੱਗਾ ਤੇ ਬਾਦਸ਼ਾਹ ਨੇ ਰੋਕਿਆ। ਕਹਿਣ ਲੱਗਾ, ਤੂੰ ਇੱਕ ਬਾਦਸ਼ਾਹ ਦੇ ਅੱਗੇ ਭੇਟਾ ਰੱਖ ਕੇ ਚੁੱਕ ਲੈਣਾ, ਬਾਦਸ਼ਾਹ ਦੀ ਇੰਨੀ ਬੇਇੱਜ਼ਤੀ ਹੈ, ਤੂੰ ਇਹ ਗੁਨਾਹ ਕਰਨ ਲੱਗਾ ਹੈ, ਇਹ ਗੁਨਾਹ ਦੀ ਸਜ਼ਾ ਤੈਨੂੰ ਪਤਾ ਕੀ ਹੋ ਸਕਦੀ ਹੈ, ਤੈਨੂੰ ਮੈਂ ਜਾਨ ਤੋਂ ਵੀ ਮਾਰ ਸਕਦਾ ਹਾਂ। ਕਹਿਣ ਲੱਗੇ ਕਿ ਜਾਨ ਤੋਂ ਮਾਰ ਸਕਦੇ ਹੋ, ਲੇਕਿਨ ਮੇਰੀ ਇਹ ਭੇਟਾ ਮੈਂ ਗੁਰੂ ਪਾਤਸ਼ਾਹ ਸੱਚੇ ਪਾਤਸ਼ਾਹ ਵਾਸਤੇ ਲੈ ਕੇ, ਮੈਨੂੰ ਇਹਦੇ ਨਾਲ ਤੁਹਾਡੇ ਨਾਲ ਕੋਈ ਮਤਲਬ ਨਹੀਂ ਹੈ, ਮੈਂ ਉਹਨਾਂ ਵਾਸਤੇ ਲਿਆ। ਮੈਨੂੰ ਮੈਂ ਪੁੱਛਿਆ ਹੀ, ਉਹਨਾਂ ਨੇ ਆਖਿਆ ਅੰਦਰ ਬਾਦਸ਼ਾਹ ਬੈਠੇ ਨੇ, ਸੱਚੇ ਪਾਤਸ਼ਾਹ ਬੈਠੇ, ਮੈਂ ਤਾਂ ਤੁਹਾਡੇ ਵਾਸਤੇ ਲੈ ਕੇ ਨਹੀਂ ਆਇਆ। ਇਹਦੇ ਮਨ 'ਚ ਕੁਝ ਠਣਕਿਆ ਕਿ ਉਹਨੂੰ ਸੱਚਾ ਪਾਤਸ਼ਾਹ ਉਹ ਕੀ ਕਰਦਾ, ਇਹਨੂੰ ਇਸ ਭੇਟਾ ਨੂੰ ਕੀ ਕਰੂਗਾ, ਵੇਖੀਏ ਤਾਂ ਸਹੀ ਕੀ ਕਰਦਾ ਹੈ। ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਨੇ ਭੇਟਾ ਉਹ ਲੈ ਕੇ ਟਕਾ ਚੁੱਕਿਆ, ਉਹਨੇ ਜੇਬ 'ਚ ਪਾਇਆ, ਪੰਡ ਚੁੱਕੀ ਸਿਰ 'ਤੇ ਰੱਖੀ ਤੇ ਵਾਪਸ ਜਿੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਲੱਗੇ ਸੀ, ਸ਼ਮਿਆਨੇ ਲੱਗੇ ਸੀ, ਉੱਥੇ ਚਲਾ ਗਿਆ। ਦਰਬਾਰ ਖੁੱਲ੍ਹਾ ਲੱਗਾ, ਸੰਗਤ ਬੈਠੀ, ਰੱਬ ਰੱਬ ਹੋ ਰਿਹਾ। ਜਦੋਂ ਸੰਗਤ ਦੇ ਵਿੱਚ ਆਣ ਕੇ ਸਤਿਗੁਰਾਂ ਦੇ ਦਰ ਦੇ ਉੱਤੇ ਭੇਟਾ ਘਾਹ ਦੀ ਪੰਡ ਲੋਹਾ ਕੇ ਲਾ ਕੇ ਰੱਖੀ, ਟਕਾ ਸਤਿਗੁਰਾਂ ਦੇ ਦਰ ਦੇ ਉੱਤੇ ਭੇਟਾ ਦੇ ਵਿੱਚ ਰੱਖਿਆ ਤੇ ਸੱਚੇ ਪਾਤਸ਼ਾਹ ਦੇ ਦਰ ਦੇ ਉੱਤੇ ਅਰਦਾਸਾਂ ਬੇਨਤੀ ਕਰਨ ਲੱਗਾ, ਸੱਚੇ ਪਾਤਸ਼ਾਹ ਮੇਰੇ ਕੋਲ ਗੁਨਾਹ ਹੋ ਗਿਆ, ਤੁਹਾਡੀ ਭੇਟਾ ਮੈਂ ਉੱਧਰ ਜਾ ਕੇ ਰੱਖ ਦਿੱਤੀ। ਮਨ ਹੀ ਮਨ ਅੱਖਾਂ 'ਚ ਹੰਝੂ ਭਰ ਕੇ ਭਾਵਨਾ ਦੇ ਨਾਲ ਸਤਿਗੁਰਾਂ ਦੇ ਦਰ ਦੇ ਉੱਤੇ ਰੋਣਾ ਸ਼ੁਰੂ ਕੀਤਾ ਤੇ ਸਤਿਗੁਰਾਂ ਨੇ ਦੋਹਾਂ ਮੋਢਿਆਂ ਤੋਂ ਫੜ ਕੇ ਆਪਣੀ ਗਲਵੱਕੜੀ 'ਚ ਲਿਆ। ਕਹਿਣ ਲੱਗੇ, ਗੁਰਸਿੱਖਾ ਤੇਰੇ ਮਨ ਦੇ ਅੰਦਰ ਭਾਵਨਾ ਜਿਹੜੀ ਬਣੀ ਅਸੀਂ ਜਾਣਦੇ ਹਾਂ,
ਕਹਿਣ ਲੱਗਾ ਸੱਚੇ ਪਾਤਸ਼ਾਹ ਤੁਹਾਡੇ ਕੱਪੜੇ ਮਲੀਨ ਹੋ ਜਾਣਗੇ, ਮੇਰੇ ਕੱਪੜੇ ਮੈਲੇ ਕੁਚਾਲੇ ਪਸੀਨੇ ਨਾਲ ਭਿੱਜੇ ਪਏ ਆ, ਤੁਹਾਡੇ ਕੱਪੜੇ ਮੈਲੇ ਹੋ ਜਾਣਗੇ। ਸਾਹਿਬਾਂ ਨੇ ਆਖਿਆ ਕਿ ਨਹੀਂ ਭਾਈ ਗੁਰਸਿੱਖਾ, ਜਿਸ ਭਾਵਨਾ ਦੇ ਨਾਲ ਤੂੰ ਆਇਆ ਹੈ ਨਾ, ਸਾਨੂੰ ਇਹ ਭਾਵਨਾ ਬੇਹੱਦ ਜ਼ਰੂਰੀ ਹੈ। ਕੱਪੜੇ ਤੇ ਹੋਰ ਵੀ ਸਾਡੇ ਕੋਲ ਬਥੇਰੇ ਨੇ, ਹੋਰ ਵੀ ਆ ਜਾਣਗੇ। ਉਸ ਸਮੇਂ ਨੂੰ ਭਾਈ ਗੁਰਦਾਸ ਜੀ ਨੇ ਆਪਣੀ ਕਲਮ ਬੰਦ ਕੀਤਾ, ਗੋਬਿੰਦ ਭਾਉ ਭਗਤ ਕਾ ਭੁੱਖਾ। ਗੁਰੂ ਪਿਆਰ ਦਾ ਭੁੱਖਾ ਆ। ਗੁਰੂ ਨੂੰ ਧਨ ਜਾਇਦਾਦ ਭੇਟਾਵਾਂ ਦੀ ਲੋੜ ਨਹੀਂ, ਗੁਰੂ ਨੂੰ ਪਿਆਰ ਦੀ ਭੁੱਖ ਹੈ। ਜਿਹੜਾ ਗੁਰੂ ਦੇ ਦਰ ਦੇ ਉੱਤੇ ਭਾਵਨਾ ਨਾਲ ਆਉਂਦਾ ਹੈ, ਉਹ ਗੁਰੂ ਉਹਨਾਂ ਦੀਆਂ ਭਾਵਨਾਵਾਂ ਪੂਰੀਆਂ ਕਰ ਦਿੰਦਾ ਹੈ। ਹੁਣ ਜੋ ਅੱਜ ਅਸੀਂ ਬੰਦੀ ਛੋੜ ਦਾ ਦਿਹਾੜਾ ਮਨਾ ਰਹੇ ਹਾਂ, ਗੁਰਦੇਵ ਪਾਤਸ਼ਾਹ ਇਹ 52 ਰਾਜਿਆਂ ਨੂੰ ਰਿਹਾ ਕਰਵਾਉਣ ਤੋਂ ਬਾਅਦ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਪਹੁੰਚੇ ਸਨ। ਸੱਚੇ ਪਾਤਸ਼ਾਹ ਉਸੇ ਤਰੀਕੇ ਦੇ ਨਾਲ ਜਿਵੇਂ ਉਸ ਸਮੇਂ 52 ਰਾਜਿਆਂ ਨੂੰ ਰਿਹਾ ਕਰਵਾਇਆ, ਸਾਡੇ ਜੀਵਨ ਦੇ ਅੰਦਰੋਂ ਵੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਨਿੰਦਿਆ ਚੁਗਲੀ ਦਵੈਸ਼ ਨੂੰ ਬੰਧਨਾਂ ਤੋਂ ਮੁਕਤ ਕਰਵਾ ਦੇਵੇ, ਤਾਂ ਕਿ ਇਹ ਜੋ ਮਨੁੱਖਾ ਜੀਵਨ ਸਾਨੂੰ ਮਿਲਿਆ ਹੈ, ਇਸ ਜੀਵਨ ਨੂੰ ਸਫਲਿਆਂ ਕਰਦਿਆਂ ਹੋਇਆਂ ਮਾਲਕ ਨਿਰੰਕਾਰ ਦੇ ਦਰ ਦੇ ਉੱਤੇ ਪਹੁੰਚ ਸਕੀਏ। ਸਾਡੇ ਜੀਵਨਾਂ ਦੇ ਅੰਦਰ ਸ਼ੁਭ ਗੁਣਾਂ ਦੀ ਆਮਦ ਭਰ ਦੇਵਣ, ਤਾਂ ਕਿ ਸਾਡੇ ਜੀਵਨ ਲੋਕ ਸੁਖੀਏ ਪਰਲੋਕ ਸੁਹੇਲੇ ਕਰਦਿਆਂ ਮਾਲਕ ਦੇ ਦਰ ਦੇ ਉੱਤੇ ਪ੍ਰਵਾਨ ਹੋ ਸਕੀਏ। ਸੱਚੇ ਪਾਤਸ਼ਾਹ ਰਹਿਮਤ ਕਰਨ, ਕਹੇ ਹੋਏ ਸੁਣੇ ਹੋਏ ਬੋਲ ਹਿਰਦਿਆਂ ਦੇ ਅੰਦਰ ਵਸ ਜਾਵਣ। ਗੁਰ ਇਤਿਹਾਸ ਦੀਆਂ ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਚੁੱਕਾਂ ਹੁੰਦੀਆਂ ਨੇ। ਗੁਰੂ ਤੇ ਸੰਗਤ ਬਖਸ਼ਣ ਯੋਗ ਹੈ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।